ਪ੍ਰੋਗਰਾਮ ਵਿਚਾਰ ਤਕਰਾਰ ਦੇ ਵਿੱਚ ਸਾਡੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫੇਰ ਸਵਾਗਤ ਹੈ। ਔਰ ਅੱਜ ਦੀ ਤਾਰੀਖ ਦੇ ਵਿੱਚ ਇੱਕ ਮੁੱਦਾ ਜਿਹੜਾ ਖਾਸਾ ਅਹਿਮ ਹੋ ਕੇ ਉੱਠ ਰਿਹਾ ਹੈ, ਸੁਰਖੀਆਂ ਦਾ ਹਿੱਸਾ ਬਣ ਰਿਹਾ, ਉਹ ਹੈ 84 ਸਿੱਖ ਕਤਲੇਆਮ ਦੇ ਨਾਲ ਸੰਬੰਧਿਤ ਕਈ ਸਵਾਲਾਂ ਦੇ ਨਾਲ ਜੁੜਿਆ ਹੋਣ ਦਾ। ਕੀ ਕਾਂਗਰਸ ਮਾਫੀ ਮੰਗਣ ਦੇ ਵਿੱਚ ਇੱਛੁਕ ਹੈਗੀ ਹੈ? ਕਿ ਕਾਂਗਰਸ ਦੇ ਚੋਣ ਕੈਂਪੇਨ ਦੇ ਇੰਚਾਰਜ ਤੇ ਵਾਈਸ ਪ੍ਰੈਜ਼ੀਡੈਂਟ ਰਾਹੁਲ ਗਾਂਧੀ ਉਹਨਾਂ ਨਾਵਾਂ ਦਾ ਖੁਲਾਸਾ ਕਰਨਗੇ ਜਿਹਦੇ ਬਾਰੇ ਉਹ ਦਾਅਵਾ ਕਰ ਚੁੱਕੇ ਨੇ ਖੁਦ ਆਪਣੇ ਮੂੰਹੋਂ ਕਿ ਹਾਂ ਕੁਝ ਕਾਂਗਰਸੀ ਆਗੂ ਜਿਹੜੇ ਨੇ ਉਹ 84 ਸਿੱਖ ਕਤਲੇਆਮ ਦੇ ਨਾਲ ਜੁੜੇ ਹੋਏ ਸੀ। ਇਸ ਦੇ ਨਾਲ ਕੁਝ ਹੋਰ ਨਵੇਂ ਸਵਾਲ ਉਦੋਂ ਉੱਠਣੇ ਸ਼ੁਰੂ ਹੋ ਗਏ ਜਦੋਂ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਡਾਕਟਰ ਗਿਆਨੀ ਜ਼ੈਲ ਸਿੰਘ ਦੀ ਬੇਟੀ ਡਾਕਟਰ ਗੁਰਦੀਪ ਕੌਰ ਨੇ ਇਹ ਕਹਿ ਦਿੱਤਾ ਕਿ ਗਿਆਨੀ ਜ਼ੈਲ ਸਿੰਘ ਉਹਨਾਂ ਦਿਨਾਂ ਦੇ ਵਿੱਚ ਬਹੁਤ ਮਜਬੂਰ ਮਹਿਸੂਸ ਕਰ ਰਹੇ ਸਨ। ਰਾਸ਼ਟਰਪਤੀ ਹੋਣ ਦੇ ਬਾਵਜੂਦ ਉਹਨਾਂ ਕੋਲ ਇੰਨੀ ਵੀ ਤਾਕਤ ਨਹੀਂ ਸੀ ਕਿ ਉਹ ਇੱਕ ਫੌਜੀ ਤੱਕ ਨੂੰ ਸਮਨ ਕਰ ਸਕਦੇ ਜਾਂ ਆਰਡਰ ਕਰ ਸਕਦੇ ਕਿ ਇਸ ਕਤਲੇਆਮ ਨੂੰ ਰੋਕਣ ਦੇ ਵਾਸਤੇ ਫੌਜ ਕੋਈ ਕਾਰਵਾਈ ਕਰੇ। ਕੀ ਇਹ ਗੱਲ ਬਿਲਕੁਲ ਸਹੀ ਹੈ ਜਾਂ ਕਿ ਉਹਨਾਂ ਕੋਲ ਕੁਝ ਤਾਕਤ ਸੀ? ਇੱਕ ਸਵਾਲ ਹੈ। ਦੂਸਰਾ ਸਵਾਲ ਇਹ ਹੈ ਕਿ ਆਖਰ ਇੰਨਾ ਮਜਬੂਰ ਉਸ ਸ਼ਖਸ ਨੂੰ ਕੀਤਾ ਕਿਉਂ ਗਿਆ? ਤੀਸਰਾ ਸਵਾਲ, ਇੱਕ ਵਿਦੇਸ਼ੀ ਮਾਹਰ ਜਿਹੜੇ ਪੰਜਾਬੀ ਕਾਨਫਰੰਸ ਦੇ ਵਿੱਚ ਸੈਲਨ ਪਟਿਆਲੇ ਪੁੱਜੇ ਨੇ, ਉਹ ਕਹਿੰਦੇ ਨੇ ਕਿ 1984 ਉਹ ਸਾਲ ਸੀ ਜਾਂ ਉਹ ਦੌਰ ਸੀ ਜਦੋਂ ਜਿਸ ਤੋਂ ਬਾਅਦ ਬਾਹਰ ਵਸਦੇ ਸਿੱਖਾਂ ਨੇ ਖੁਦ ਨੂੰ ਸਿੱਖ ਕਹਿ ਕੇ ਇੰਡੀਆ ਨਾਲੋਂ ਜਾਂ ਪੰਜਾਬੀਅਤ ਨਾਲੋਂ ਵੱਖਰਾ ਕਰਨਾ ਸ਼ੁਰੂ ਕੀਤਾ। ਕੀ ਸਿੱਖਾਂ ਨੂੰ ਐਲੀਨੇਟ ਕਰਨ ਦੀ ਇਹ ਕੋਸ਼ਿਸ਼ ਜਾਂ ਸਾਜ਼ਿਸ਼ ਸੀ ਜਿਹੜੀ ਉਹ 84 ਦੇ ਬਲੂ ਸਟਾਰ ਆਪਰੇਸ਼ਨ ਤੋਂ ਲੈ ਕੇ ਸਿੱਖ ਵਿਰੋਧੀ ਕਤਲੇਆਮ ਤੱਕ ਆ ਕੇ ਨੇਪਰੇ ਚੜੀ, ਸਿਰੇ ਚੜੀ ਔਰ ਸਿੱਖਾਂ ਨੂੰ ਇੱਕ ਬਿਲਕੁਲ ਕਟਿਆ ਹੋਇਆ ਜਾਂ ਵੱਖਰਾ ਸਮਾਜ ਗਰਦਾਨ ਦਿੱਤਾ ਗਿਆ? ਇਹ ਸਾਰੇ ਸਵਾਲ ਉੱਠਣੇ ਸ਼ੁਰੂ ਹੋਏ ਨੇ। ਇੱਕ ਨਵੀਂ ਚਰਚਾ ਨੂੰ ਜਨਮ ਦਿੱਤਾ ਇਹਨਾਂ ਨੇ ਜਿੱਥੇ ਇਨਸਾਫ ਦੀ ਮੰਗ ਔਰ ਜ਼ਰੂਰਤ ਦਾ ਅਹਿਸਾਸ ਹੋ ਰਿਹਾ। ਸੋ ਇਹਨਾਂ ਸਵਾਲਾਂ ਦੇ ਜਵਾਬ ਲੈਣ ਦੇ ਲਈ ਸਾਡੇ ਵਿਚਕਾਰ ਜੋ ਖਾਸ ਮਹਿਮਾਨ ਮੌਜੂਦ ਨੇ ਉਹਨਾਂ ਦੇ ਵਿੱਚ ਸਾਬਕਾ IAS ਅਫਸਰ ਤੇ ਸਿੱਖ ਬੁੱਧੀਜੀਵੀ ਗੁਰਤੇਜ ਸਿੰਘ ਬਰਾੜ ਸਾਹਿਬ ਸਾਡੇ ਵਿਚਕਾਰ ਮੌਜੂਦ ਨੇ। ਬਰਾੜ ਸਾਹਿਬ ਸ਼ੁਕਰੀਆ ਆਪਣਾ ਵਕਤ ਕੱਢਣ ਦੇ ਵਾਸਤੇ। ਔਰ ਬ੍ਰਿਗੇਡੀਅਰ KS ਕਾਲੋਂ ਸਾਡੇ ਵਿਚਕਾਰ ਮੌਜੂਦ ਨੇ। ਬ੍ਰਿਗੇਡੀਅਰ ਸਾਹਿਬ ਜਿੱਥੇ ਕੁਝ ਇਹਨਾਂ ਸਵਾਲਾਂ ਦੇ ਨਾਲ ਕੁਝ ਹੋਰ ਸਵਾਲ ਵੀ ਲੈ ਕੇ ਹਾਜ਼ਰ ਨੇ ਜਿਨ੍ਹਾਂ ਦੇ ਵਿੱਚ ਉਹ ਸਾਬਕਾ ਫੌਜੀ ਜਾਂ ਉਹ ਮਿਸਿੰਗ ਫੌਜੀ ਜਿਹੜੇ ਨਾ ਸਿਰਫ ਪ੍ਰਭਾਵਿਤ ਹੋ ਕੇ ਆਪਣੀ ਯੂਨਿਟਾਂ ਛੱਡ ਗਏ ਸੀ ਬਲਕਿ ਐਸੇ ਵੀ ਜਿਹੜੇ ਜਿਉਂਦੇ ਰੇਲਵੇ ਸਟੇਸ਼ਨਾਂ ਤੇ ਸਾੜੇ ਗਏ, ਮਾਰੇ ਗਏ ਔਰ ਉਸ ਤੋਂ ਬਾਅਦ ਉਹਨਾਂ ਨੂੰ ਸ਼ਾਇਦ ਫੌਜ ਨੇ ਭਗੌੜੇ ਜਾਂ ਮਿਸਿੰਗ ਕਰਾਰ ਦੇ ਦਿੱਤਾ। ਉਹਨਾਂ ਦੇ ਬਾਰੇ ਵੀ ਅਸੀਂ ਚਰਚਾ ਕਰਾਂਗੇ। ਕਾਲੋ ਸਾਹਿਬ ਬਹੁਤ ਬਹੁਤ ਸ਼ੁਕਰੀਆ ਆਪਣਾ ਵਕਤ ਕੱਢਣ ਦੇ ਲਈ। ਔਰ ਉਹਨਾਂ ਫੌਜੀਆਂ ਦੇ ਪੂਰੇ ਮਸਲੇ ਨੂੰ ਇਸ ਦੇ ਨਾਲ 84 ਪੀੜਤਾਂ ਦੇ ਮਸਲੇ ਨੂੰ ਵਿਸਥਾਰ ਨਾਲ ਚੁੱਕਣ ਵਾਲੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਸਾਹਿਬ ਸਾਡੇ ਵਿਚਕਾਰ ਮੌਜੂਦ ਨੇ। ਅਕਾਲੀ ਦਲ ਦੇ ਨੁਮਾਇੰਦੇ MLA ਡਾਕਟਰ ਦਲਜੀਤ ਸਿੰਘ ਚੀਮਾ ਸਾਡੇ ਵਿਚਕਾਰ ਮੌਜੂਦ ਨੇ। ਪੂਰੇ ਹਾਲਾਤ ਦੇ ਵਿੱਚ ਅਕਾਲੀ ਦਲ ਦਾ ਟੇਕ ਕੀ ਹੈ ਔਰ ਖੁਦ ਇੱਕ ਬੁੱਧੀਜੀਵੀ ਹੋਣ ਦੇ ਨਾਤੇ ਡਾਕਟਰ ਚੀਮਾ ਕੀ ਮਹਿਸੂਸ ਕਰਦੇ ਨੇ, ਇਹਨਾਂ ਸਵਾਲਾਂ ਵੱਲ ਲੈ ਕੇ ਜਾਵਾਂਗੇ। ਪਹਿਲਾਂ ਮੈਂ ਤੁਹਾਡੇ ਕੋਲ ਜਾਣਾ ਚਾਹੁੰਦਾ ਗੁਰਤੇਜ ਸਿੰਘ ਜੀ, ਤੁਹਾਡਾ ਤਜਰਬਾ ਪ੍ਰਸ਼ਾਸਨਿਕ ਅਧਿਕਾਰੀ ਦੇ ਤੌਰ ਤੇ ਬਹੁਤ ਲੰਮਾ ਚੌੜਾ ਹੈ ਜੀ। ਉਸ ਦੇ ਨਾਲ ਇੱਕ IAS ਅਫਸਰ ਦੇ ਤੌਰ ਤੇ ਤੁਸੀਂ ਜਦੋਂ ਕੋਈ ਇਲਾਕਾ ਸਾਂਭਦੇ ਰਹੇ ਹੋ, ਤੁਹਾਡੇ ਦਿਮਾਗ ਦੇ ਵਿੱਚ ਸਭ ਤੋਂ ਪਹਿਲੀ ਜ਼ਿੰਮੇਵਾਰੀ ਸ਼ਾਇਦ ਇਹੀ ਰਹਿੰਦੀ ਹੋਣੀ ਹੈ ਕਿ ਜੋ ਭਾਰਤ ਦਾ ਸੰਵਿਧਾਨ ਹੈ ਔਰ ਜੋ ਭਾਰਤ ਦਾ ਉਸ ਵੇਲੇ ਦਾ ਸਟਰਕਚਰ ਹੈ ਉਹਨੂੰ ਸਾਂਭਿਆ ਜਾਵੇ, ਸਾਡੇ ਲੋਕਾਂ ਨੂੰ ਧਰਮ ਦੇ ਤੌਰ ਤੇ, ਕੌਮ ਦੇ ਤੌਰ ਤੇ ਆਪਸ 'ਚ ਬੰਨ੍ਹ ਕੇ ਰੱਖਿਆ ਜਾਵੇ। ਸ਼ਾਇਦ ਉਹਦੀ ਨੁਮਾਇੰਦਗੀ ਕਰਨ ਲੱਗਿਆ ਡਿਪਟੀ ਕਮਿਸ਼ਨਰ ਦੇ ਤੌਰ ਤੇ ਜਾਂ ਇਲਾਕੇ ਦੇ ਚੀਫ ਦੇ ਤੌਰ ਤੇ ਸਭ ਤੋਂ ਵੱਡੀ ਜ਼ਿੰਮੇਵਾਰੀ IAS ਅਫਸਰਾਂ ਦੀ ਹੁੰਦੀ ਹੈ। ਤੁਹਾਨੂੰ ਉਸ ਵੇਲੇ ਦੇ ਹਾਲਾਤ ਨੂੰ ਯਾਦ ਕਰਦਿਆਂ ਕੀ ਮਹਿਸੂਸ ਹੁੰਦਾ ਹੈ ਕਿ ਸਰਕਾਰ ਅਫਸਰਾਂ ਨੂੰ ਜਾਂ ਉਸ ਪੂਰੀ ਮਸ਼ੀਨਰੀ ਨੂੰ ਇਸ ਲਾਇਕ ਛੱਡ ਰਹੀ ਸੀ ਕਿ ਉਹ ਇਸ ਜ਼ਿੰਮੇਵਾਰੀ ਨਿਭਾ ਸਕਦੇ? ਸਾਰੇ ਹਿੰਦੁਸਤਾਨ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ ਕਿ ਕੋਈ ਵੀ ਅਫਸਰ ਆਪਣੀ ਇੰਡੀਪੈਂਡੈਂਟਲੀ ਆਪਣੇ ਆਪ ਦੇ ਉੱਤੇ ਕੋਈ ਫੈਸਲਾ ਨਹੀਂ ਕਰ ਸਕਦਾ। ਜੇ ਫਰਜ਼ ਕਰੋ ਇਹ ਮਾਹੌਲ ਨਾ ਹੁੰਦਾ ਜੀ ਤਾਂ ਜਿਹੜੇ ਦਿੱਲੀ ਦੇ ਵਿੱਚ ਜਿਨ੍ਹਾਂ ਨੂੰ ਦੰਗੇ ਕਹਿੰਦੇ ਆ, ਕਤਲੇਆਮ ਹੋਇਆ, ਇਸ ਕਤਲੇਆਮ ਨੂੰ ਰੋਕਣ ਵਾਸਤੇ ਸਿਰਫ ਇੱਕ ਡਿਸਟ੍ਰਿਕਟ ਮੈਜਿਸਟ੍ਰੇਟ ਜਾਂ ਸਬ ਡਿਵੀਜ਼ਨਲ ਮੈਜਿਸਟ੍ਰੇਟ ਕਾਫੀ ਸੀ ਜੀ। ਔਰ ਇੱਕ ਥਾਣੇਦਾਰ ਤੇ ਸ਼ਾਇਦ DSP ਦੀ ਲੋੜ ਪੈਂਦੀ ਨਾ ਪੈਂਦੀ, ਉਹ ਸਾਰੇ ਕਾਸੇ ਨੂੰ ਰੋਕ ਸਕਦਾ ਸੀ ਜੀ। ਲੇਕਿਨ ਹਿੰਦੁਸਤਾਨ ਦੇ ਵਿੱਚ ਖਾਸ ਤੌਰ ਤੇ ਉਸ ਵੇਲੇ ਜਦੋਂ ਕਿ ਡਾਇਨੈਸਟੀ ਦਾ ਦੌਰ ਚੱਲ ਰਿਹਾ ਸੀ ਔਰ ਅੱਜ ਤੱਕ ਉਹ ਚੱਲਿਆ ਆਉਂਦਾ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ, ਉਸ ਵੇਲੇ ਇਸ ਤਰ੍ਹਾਂ ਦਾ ਮਾਹੌਲ ਸੀਗਾ ਕਿ ਤੁਸੀਂ ਜੋ ਕੁਝ ਹੁਕਮ ਤੁਹਾਨੂੰ ਮਿਲ ਗਿਆ, ਜੇ ਤੁਸੀਂ ਉਹ ਨਹੀਂ ਕਰਦੇ ਤੇ ਫਿਰ ਤੁਹਾਡਾ ਕੋਈ ਵਾਲੀ ਵਾਰਿਸ ਨਹੀਂ, ਫਿਰ ਨੌਕਰਸ਼ਾਹ ਦੇ ਤੌਰ ਤੇ ਤੁਹਾਡੀ ਆਪਣੀ ਹੋਂਦ ਖਤਰੇ 'ਚ ਹੈ। ਬਿਲਕੁਲ। ਔਰ ਅੱਜ ਵੀ ਇਸ ਤਰ੍ਹਾਂ ਹੀ ਹੈ ਤਕਰੀਬਨ ਕਿ ਕਿਸੇ ਵੇਲੇ ਕਿਸੇ ਅਫਸਰ ਨੂੰ ਕਿਤੋਂ ਵੀ ਬਦਲਿਆ ਜਾ ਸਕਦਾ ਹੈ। ਤੁਸੀਂ ਆਪਣੇ ਗੁਆਂਢ ਦੇ ਵਿੱਚ ਖੇਮਕੇ ਦਾ ਹਾਲ ਦੇਖਿਆ ਹੋਇਆ ਹੈ। ਤੇ ਇਸ ਤਰ੍ਹਾਂ ਨਾਲ ਲੋਕਾਂ ਨੂੰ ਇਸ ਤਰ੍ਹਾਂ ਮਜਬੂਰ ਕਰਕੇ ਰੱਖਿਆ ਜਾਂਦਾ ਹੈ ਕਿ ਇਹ ਆਪਣੇ ਆਪ ਦੇ ਉੱਤੇ ਕੋਈ ਵੀ ਐਕਸ਼ਨ ਨਹੀਂ ਲੈ ਸਕਦੇ। ਅਸੀਂ ਬਹੁਤ ਵਾਰ ਦੇਖਦੇ ਹਾਂ ਸਰ ਕਿ IAS ਅਫਸਰਸ ਜਾਂ ਲੌਬੀਜ਼ ਇਕੱਠੀਆਂ ਹੋ ਜਾਂਦੀਆਂ ਨੇ, ਕੋਈ ਬਹੁਤ ਖਾਸ ਮੁੱਦਾ ਹੋਵੇ, ਅਫਸਰਸ ਰਲ ਕੇ ਕਦੇ ਨਾ ਕਦੇ ਫੈਸਲਾ ਲੈਂਦੇ ਕਿ ਅਸੀਂ ਇੱਦਾਂ ਐਕਸ਼ਨ ਲੈਣਾ। ਉਸ ਵੇਲੇ ਜਦੋਂ ਇਹ ਲੱਗ ਰਿਹਾ ਸੀ ਕਿ ਇੱਕ ਪੂਰੇ ਦੇ ਪੂਰੇ ਧਰਮ ਨੂੰ ਜਾਂ ਇੱਕ ਪੂਰੇ ਧਰਮ ਨਾਲ ਸੰਬੰਧਿਤ ਫਿਰਕੇ ਨੂੰ, ਲੋਕਾਂ ਨੂੰ ਐਲੀਨੇਟ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਜਾਂ ਇੱਦਾਂ ਦੀਆਂ ਕੋਈ ਕਾਰਵਾਈਆਂ ਕੀਤੀਆਂ ਜਾ ਰਹੀਆਂ, ਤਾਂ ਕਿ ਉਸ ਵੇਲੇ ਕੁਝ ਅਫਸਰ ਜਾਂ ਕੁਝ ਆਰਮੀ ਦੇ ਅਫਸਰ ਇਹੋ ਜਿਹਾ ਸਟੈਪ ਲੈ ਲੈਂਦੇ ਤਾਂ ਉਹਨਾਂ ਦੇ ਨਾਲ ਕੀ ਵਾਪਰਦੀ? ਤੁਹਾਨੂੰ ਕੁਝ ਆਈਡੀਆ ਹੈ ਇਸਦਾ?
ਦੇਖੋ ਉਹਨਾਂ ਜੋ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਸਮਝ ਕੇ ਕੁਝ ਕਰਨਾ ਚਾਹੁੰਦੇ। ਪਹਿਲੀ ਗੱਲ ਤਾਂ ਇਹ ਹੈ, ਜੇ ਉਹ ਕਰਦੇ ਤਾਂ ਉਹਨਾਂ ਨੂੰ ਕਿਸੇ ਨੇ ਉਸ ਪੋਸਟ ਦੇ ਉੱਤੇ, ਕਰਨ ਵਾਲੀ ਪੋਸਟ ਦੇ ਉੱਤੇ ਰਹਿਣ ਨਹੀਂ ਸੀ ਦੇਣਾ। ਜੀ ਗਰੇਵਾਲ ਦੀ ਕਿਤਾਬ ਆਈ ਹੈ ਇੱਕ, ਸਰਚਿੰਗ ਆਈ, ਆਪਾਂ ਸਾਰਿਆਂ ਨੇ ਦੇਖੀ ਹੋਈ ਹੈ। ਜੀ ਉਸ ਦੇ ਵਿੱਚ ਉਹ ਉਸ ਵੇਲੇ ਹੋਮ ਮਿਨਿਸਟਰੀ ਦੇ ਵਿੱਚ ਸਨ ਔਰ ਉਹ ਚਾਹੁੰਦੇ ਸੀਗੇ ਕਿ ਇਸ ਤਰ੍ਹਾਂ ਦਾ ਕਤਲੇਆਮ ਬੰਦ ਹੋਵੇ ਜੀ ਤੇ ਲੇਕਿਨ ਉਹਨਾਂ ਨੇ ਅਪਾਇੰਟਮੈਂਟ ਕਰਨ ਵਾਸਤੇ ਔਰ ਉਹਨਾਂ ਨੂੰ ਰਿਹਰਸਲ ਕਰਨ ਵਾਸਤੇ ਕੀ ਢੰਗ ਤਰੀਕੇ ਵਰਤੇ, ਉਹਦੇ ਵਿੱਚ ਡਿਟੇਲ ਦੇ ਵਿੱਚ ਦਿੱਤਾ ਹੋਇਆ। ਜੀ ਉਹ ਜਿਹੜੇ ਵੀ ਨੋਰਮਸ ਹੁੰਦੇ ਆ ਅਪਾਇੰਟਮੈਂਟਸ ਦੇ, ਉਹਨਾਂ ਨੂੰ ਫੋਲੋ ਨਹੀਂ ਕਰਦੇ। ਜੀ ਜਿਹੜੇ ਲੋਕ ਅਪਾਇੰਟਮੈਂਟ ਕਰਨ ਵਾਲੇ ਸੀ, ਉਸ ਵੇਲੇ ਬੂਟਾ ਸਿੰਘ ਪ੍ਰਧਾਨ ਬਣਿਆ ਹੋਇਆ ਸੀ ਔਰ ਉਸ ਦੇ ਅੰਡਰ ਇਨਫਾਰਮਲ ਇੱਕ ਆਰਗੇਨਾਈਜੇਸ਼ਨ ਸੀ ਨਹਿਰੂ ਵਗੈਰਾ, ਜਿਹਦੇ ਵਿੱਚ ਤੇ ਅਰੁਣ ਸਿੰਘ ਬਣੇ ਹੋਏ ਸੀ ਪ੍ਰਧਾਨ। ਇਹ ਲੋਕ ਆਪਣੇ ਤੌਰ ਦੇ ਉੱਤੇ ਹਰ ਕਿਸਮ ਦੇ ਆਰਡਰ ਪਾਸ ਕਰਦੇ ਸਨ ਔਰ ਕਿਸੇ ਨੂੰ ਚੀਫ ਸੈਕਟਰੀ ਨੂੰ, ਕਿਸੇ ਨੂੰ ਕੈਬਨਿਟ ਸੈਕਟਰੀ ਵਗੈਰਾ ਦੇ ਉੱਤੇ ਉਹਨਾਂ ਦਾ ਕੋਈ ਇਸ ਤਰ੍ਹਾਂ ਦਾ ਸੋ ਇਤਮਾਦ ਸਿਵਲ ਨਹੀਂ ਸੀ। ਪ੍ਰਸ਼ਾਸਨ ਦਾ ਢਾਂਚਾ ਜਿਹੜਾ ਹੈ ਉਹ ਉਹ ਸਾਰਾ ਲਗਭਗ ਖਤਮ- ਗੁਲਾਮ ਜਾਂ ਕਠਪੁਤਲੀ ਸੀ। ਬਿਲਕੁਲ। ਜਦੋਂ ਤੋਂ ਇੰਦਰਾ ਗਾਂਧੀ ਵਾਪਸ ਆਈ ਹੈ ਨਵੀਆਂ ਚੋਣਾਂ ਕਰਵਾ ਕੇ ਐਮਰਜੈਂਸੀ ਤੋਂ ਬਾਅਦ, ਜੀ ਉਸਨੇ ਸਾਰਾ ਕੁਝ ਤਹਿਸ ਨਹਿਸ ਕਰਤਾ ਸੀ। ਜੀ ਸੋ ਪ੍ਰਸ਼ਾਸਨਿਕ ਢਾਂਚੇ ਦੀ ਗੱਲ ਅਸੀਂ ਕਰ ਰਹੇ ਹਾਂ। ਦੂਜੇ ਪਾਸੇ ਇੱਕ ਢਾਂਚਾ ਸਾਡੇ ਕੋਲ ਉਹ ਵੀ ਹੈ, ਸਾਡੀ ਫੌਜ ਜਿਹੜੀ ਪੂਰੀ ਦੀ ਪੂਰੀ ਮੁਲਕ ਦੀ ਰੱਖਿਆ ਕਰਨ ਵਾਸਤੇ ਅਸੀਂ ਜਾਣਦੇ ਹਾਂ, ਅਸੀਂ ਕ੍ਰੈਡਿਟ ਦਿੰਦੇ ਹਾਂ ਉਸ ਪੂਰੀ ਫੌਜ ਨੂੰ। ਔਰ ਉਸ ਫੌਜ ਦੇ ਜਿਹੜੇ ਕਮਾਂਡਰਸ ਨੇ ਉਹਨਾਂ ਦੇ ਕੋਲ ਇੱਕ ਹੱਕ ਸੰਵਿਧਾਨ ਦਿੰਦਾ ਹੈ ਕਿ ਜੇ ਇਲਾਕੇ ਦੇ ਵਿੱਚ ਕੋਈ ਗੜਬੜ ਹੋ ਰਹੀ ਹੈ, ਇਲਾਕੇ ਦੇ ਵਾਸੀਆਂ ਦੀ ਜਾਨ ਨੂੰ ਕੋਈ ਖਤਰਾ ਹੈ, ਮੁਲਕ ਦੀ ਇੰਟੈਗ੍ਰਿਟੀ ਨੂੰ ਕੋਈ ਖਤਰਾ ਹੈ, ਤਾਂ ਫੌਜ ਦੇ ਕਮਾਂਡਰ ਖੁਦ ਜਾ ਕੇ ਐਕਸ਼ਨ ਲੈ ਸਕਦੇ ਨੇ। ਉਹਦੀ ਐਕਸਪਲੇਨੇਸ਼ਨ ਬਾਅਦ ਵਿੱਚ ਦੇਣ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ। ਬ੍ਰਿਗੇਡੀਅਰ ਸਾਹਿਬ ਸਾਡੇ ਵਿਚਕਾਰ ਮੌਜੂਦ ਨੇ। ਬ੍ਰਿਗੇਡੀਅਰ ਕਾਲੋਂ ਉਸ ਵੇਲੇ ਪੁੰਛ ਦੇ ਵਿੱਚ, ਜਿੱਥੋਂ ਮੈਨੂੰ ਯਾਦ ਹੈ ਤੁਸੀਂ ਕਮਾਂਡ ਕਰ ਰਹੇ ਸੀ ਫੌਜ ਦੀ ਟੁਕੜੀ ਨੂੰ, ਤੁਹਾਨੂੰ ਲੱਗਦਾ ਹੈ ਕਿ ਇਸ ਪੂਰੇ ਹਾਲਾਤ ਦੇ ਵਿੱਚ ਤੁਸੀਂ ਖੁਦ ਵੀ ਕੁਝ ਕਾਰਵਾਈਆਂ ਉਸ ਵੇਲੇ ਕੀਤੀਆਂ ਸੀ ਆਪਣੇ ਇਲਾਕੇ ਦੇ ਵਿੱਚ, ਪਰ ਬਹੁਤ ਜ਼ਿਆਦਾ ਵੱਡੀ ਕਾਰਵਾਈ ਦੀ ਲੋੜ ਤਾਂ ਸ਼ਾਇਦ ਫੌਜੀ ਅਫਸਰਾਂ ਵੱਲੋਂ ਜ਼ਰੂਰ ਸੀਗੀ। ਉਹ ਦਿੱਲੀ ਦੇ ਵਿੱਚ ਸੀ, ਆਗਰੇ ਦੇ ਵਿੱਚ ਸੀ, ਕਾਨਪੁਰ ਦੇ ਵਿੱਚ ਸੀ। ਕੋਈ ਵੀ ਇੱਕ ਫੌਜੀ ਅਫਸਰ ਨਹੀਂ ਉੱਠਿਆ ਉਦੋਂ ਉਹਨਾਂ ਬੇਕਸੂਰ ਲੋਕਾਂ ਨੂੰ ਬਚਾਉਣ ਦੇ ਵਾਸਤੇ। ਨਾ ਕਿਸੇ ਫੌਜੀ ਅਫਸਰ ਨੇ ਸ਼ਾਇਦ ਗਿਆਨੀ ਜੈਲ ਸਿੰਘ ਨਾਲ ਕੋਈ ਰਾਬਤਾ ਕਾਇਮ ਕੀਤਾ ਕਿ ਉਹ ਕੁਝ ਕਰ ਸਕਣ। ਨਹੀਂ, ਉਹ ਇਸ ਤਰ੍ਹਾਂ ਹੈ ਕਿ ਫੌਜ ਜਿਹੜੀ ਹੈ ਉਹ ਦਸਤੂਰ ਦੇ ਮੁਤਾਬਕ ਚੱਲਦੀ ਹੈ, ਰੈਗੂਲੇਸ਼ਨ ਆਫ ਦੀ ਆਰਮੀ ਐਕਟ, ਆਰਮੀ ਰੂਲ ਦੇ ਮੁਤਾਬਕ ਜੀ। ਔਰ ਜੋ ਉਹਦੇ ਮੁਤਾਬਕ ਆਦੇਸ਼ ਮਿਲਦੇ ਨੇ, ਪਾਲਿਸੀ ਹੁੰਦੀ ਹੈ ਉਹਦੇ ਮੁਤਾਬਕ, ਜਾਂ ਐਕਸਟਰਨਲ ਥ੍ਰੈਟ ਹੈ ਜਾਂ ਇੰਟਰਨਲ ਡਿਸਟਰਬੈਂਸ ਜਿੱਦਾਂ ਦਿੱਲੀ ਵਿਖੇ ਹੋਇਆ। ਜੀ ਇੱਕ ਸਵਾਲ ਪਹਿਲਾਂ ਉਹਦਾ ਹੀ ਜਵਾਬ ਦੇ ਦੇਣਾ ਕਿ ਰਾਬਤਾ ਕੀਤਾ ਗਿਆ ਕਾਇਮ ਰਾਸ਼ਟਰਪਤੀ ਨਾਲ ਕਿ ਨਹੀਂ। ਜੀ ਜਨਰਲ ਜਗਜੀਤ ਸਿੰਘ ਅਰੋੜਾ ਨੂੰ ਕੌਣ ਨਹੀਂ ਜਾਣਦਾ। ਜੀ ਇੱਕ ਬੰਗਲਾਦੇਸ਼ ਦੇਸ਼ ਦਾ ਨਿਰਮਾਣ ਕਰਨ 'ਚ ਕਿੰਨਾ ਵੱਡਾ ਉਹਨਾਂ ਦਾ ਹੱਥ ਸੀ। ਬਿਲਕੁਲ। ਉਹ ਗਏ ਰਾਸ਼ਟਰਪਤੀ ਕੋਲ, ਜੀ ਨਾਲ ਖੁਸ਼ਵੰਤ ਸਿੰਘ, ਪਤਵੰਤ ਸਿੰਘ, ਇਹ ਸਾਰੇ ਸਿਆਣੇ ਇਸ ਸੱਜਣ ਗਏ ਔਰ ਜਨਰਲ ਸਾਹਿਬ ਨੇ ਤਾਂ ਬਹੁਤ ਜ਼ੋਰ ਲਾਇਆ। ਉਹਨਾਂ ਦੇ ਵੀ ਖਤਰਾ ਹੋ ਗਿਆ ਸੀ, ਉਹ ਬੜੀ ਮੁਸ਼ਕਿਲ ਨਾਲ ਬਚੇ, ਆਪਣੇ ਆਪ ਨੂੰ ਬਚਾਇਆ। ਜੀ ਇਸ ਵਾਸਤੇ ਕਿ ਫੌਜ ਦਾ ਵੀ ਜਿੱਥੇ ਵੀ ਕੋਈ ਦਮ ਹੋਏ ਕਮਾਂਡਰ ਦੇ ਅੰਦਰ ਐਕਸ਼ਨ ਲੈਂਦਾ। ਜੀ ਮਗਰ ਇਸ ਹਾਲਾਤ ਦੇ ਵਿੱਚ ਬੜੇ ਅਫਸੋਸ ਦੀ ਗੱਲ ਹੈ ਕਿ ਕਿਉਂ ਨਹੀਂ ਐਕਸ਼ਨ ਅਸੀਂ ਆਪ ਮਹਿਸੂਸ ਕਰਦੇ ਹਾਂ, ਕਿਉਂਕਿ ਮੈਂ ਵੀ 40 ਸਾਲ ਪਹਿਲਾਂ ਦੀ ਗੱਲ ਕਰਨਾ ਚਾਹੁੰਦਾ। ਇਸੇ 84 ਦੇ ਵਿੱਚ ਮੇਰੀ ਵੀ ਸਿੱਖ ਪਲਟਨ ਸੀ ਜ਼ਿਆਦਾਤਰ, ਬਾਕੀ ਡੋਗਰਾਸ, ਔਰ ਮੈਂ ਉਹਦਾ ਉਦਾਹਰਨ ਦੇਣਾ ਚਾਹੁੰਦਾ ਕਿ ਇੱਕ ਜਦੋਂ ਕੋਈ ਤੁਸੀਂ ਦੇਖਦੇ ਹੋ ਕਿ ਪਬਲਿਕ ਪ੍ਰਾਪਰਟੀ ਐਂਡ ਡੇਂਜਰ, ਲਾਈਫ ਹੈ ਜਨਤਾ ਨੂੰ, ਮਾਲ ਸਬਾਬ ਨੂੰ, ਤੇ ਤੁਸੀਂ ਕੋਈ ਕਾਰਵਾਈ ਕਰ ਸਕਦੇ ਹੋ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਫੌਜ ਤਾਂ ਹੀ ਹਰਕਤ ਚਾਹੁੰਦੀ ਹੈ ਜਦੋਂ ਰਿਕੁਜੀਸ਼ਨ ਕੀਤਾ ਜਾਏ। ਰਿਕੁਜੀਸ਼ਨ ਕਿਹਨੇ ਕਰਨਾ ਹੈ? ਉਹ ਹਰ ਜ਼ਿਲ੍ਹਾ ਪੱਧਰ ਤੋਂ ਲੈ ਕੇ ਸਟੇਟ ਲੈਵਲ ਤੱਕ ਜ਼ਿਲ੍ਹਾ ਦਿੱਲੀ ਸਰਕਾਰ ਨੇ ਰਿਕੁਜੀਸ਼ਨ ਕਰਨਾ ਸੀ। ਨਾ ਵੀ ਕਰਨ, ਮੈਂ 84 ਦੀ ਗੱਲ ਕਰਨਾ ਚਾਹੁੰਦਾ ਕਿ ਉੱਥੇ ਵੀ ਕੁਝ ਇਹੋ ਜਿਹਾ ਤਮਾਸ਼ਾ ਹੋਇਆ ਕਿ ਇੱਕ ਜੁਡੀਸ਼ੀਅਲ ਜਿਹੜਾ ਕੰਪਲੈਕਸ ਸੀ ਉਹਨੂੰ ਅੱਗ ਲਗਾ ਦਿੱਤੀ ਗਈ ਪੁੰਛ ਦੇ ਵਿੱਚ। ਪੁੰਛ ਦੇ ਵਿੱਚ ਸੰਨ 84 ਫਰਵਰੀ ਦੀ ਗੱਲ ਹੈ, 40 ਸਾਲ ਹੋ ਗਏ। ਜੀ ਬੱਚਾ ਜਾਣਦਾ ਪੁੰਛ। ਮੇਰੀ ਪਲਟਨ 51 ਮਾਊਂਟਨ ਰੈਜੀਮੈਂਟ ਨਾਮ ਲੈਣਾ ਕਿਉਂਕਿ ਇਟਸ ਔਨ ਰਿਕਾਰਡ, ਅਭੀ ਅੱਜ ਕੱਲ੍ਹ ਮੀਡੀਅਮ ਰੈਜੀਮੈਂਟ ਹੈ ਜੀ। ਤੇ ਜਦੋਂ ਮੈਂ ਉੱਥੋਂ ਆ ਰਿਹਾ ਸੀ ਮੈਂ ਦੇਖਿਆ ਧੂੰਆਂ ਨਿਕਲਿਆ, ਅੱਗ ਨਿਕਲੀ ਹੈ, ਤੇ ਮੇਰੀ ਪਲਟਨ ਉਸ ਵੇਲੇ ਲਾਈਨਡ ਅਪ ਸੀ ਕਿ ਰੂਟ ਮਾਰਚ ਤੇ ਜਾਣਾ ਸੀ। ਮੈਂ ਰਿਸਕ ਲਿਆ ਕਿਉਂਕਿ ਮੈਂ ਇੰਚਾਰਜ ਸੀਗਾ ਪੁੰਛ ਜ਼ਿਲ੍ਹੇ ਦਾ, ਉਸ ਪੁੰਛ ਇਲਾਕੇ ਦਾ। ਇੰਟਰਨਲ ਡਿਸਟਰਬੈਂਸ ਹੁੰਦੀ ਹੈ ਤੇ ਕੋਈ ਉਹ ਤੁਸੀਂ ਉੱਥੇ ਐਕਸ਼ਨ ਲਿਆ, ਉਹ ਦਿੱਤਾ ਹੁੰਦਾ ਕਿ ਤੁਹਾਨੂੰ ਲੋੜ ਪਏ ਤਾਂ ਤੁਸੀਂ ਰਿਕੁਜੀਸ਼ਨ ਕੀਤੀ ਜਾ ਸਕਦਾ। ਮਗਰ ਬਗੈਰ ਰਿਕੁਜੀਸ਼ਨ ਦੇ ਮੈਂ ਗਿਆ ਉੱਥੇ। ਡੀਸੀ ਜਿਹੜਾ ਉੱਥੋਂ ਆਪਣਾ ਘਰ ਛੱਡ ਕੇ, ਯੰਗਸਟਰ ਸੀਗਾ, ਉਹ ਐਸਐਸਪੀ ਦੇ ਸੀ, ਤੇ ਐਸਐਸਪੀ ਦੇ ਜਿਹੜੇ ਉਹਨੇ ਸ਼ਰਨ ਲਈ ਸੀ ਉੱਥੇ ਉਹਨੂੰ ਅੱਗ ਲਾ ਦੇਣ ਲੱਗੇ ਸੀਗੇ, ਬਾਹਰ ਡਰਮ ਸੀਗੇ। ਮਗਰ ਆਪਣੇ ਬਲਬੂਤੇ ਤੇ ਮੇਰੇ ਜਵਾਨਾਂ ਦੇ, ਬਹਾਦਰ ਜਵਾਨਾਂ ਦੇ ਸਿਰ ਦੇ ਉੱਤੇ ਮੈਂ ਇਹ ਕਾਰਵਾਈ ਕੀਤੀ। ਪਰ ਇਹੋ ਜੀ ਕਾਰਵਾਈ ਹੋਰ ਕਿਤੇ ਨਹੀਂ ਹੋਈ? ਕਿਤੇ ਵੀ ਜਾਨ ਮਾਲ ਦੀ ਅਸਬਾਬ ਦੀ ਰੱਖਿਆ ਦੇ ਵਾਸਤੇ ਕਿਸੇ ਪਾਸਿਓਂ ਕਿਸੇ ਫੌਜੀ ਅਫਸਰ ਨੇ ਕੋਈ ਇਹੋ ਜੀ ਕਾਰਵਾਈ ਨਹੀਂ ਕੀਤੀ? ਇਹ ਬਾਕੀ ਕਿਤੇ ਨਾ ਕਿਤੇ ਪਤਾ ਨਹੀਂ। ਮੈਂ ਤੇ ਮੇਰੀ ਤੇ ਉਲਟੀ ਐਕਸਪਲੇਨੇਸ਼ਨ ਮੰਗ ਲਈ
ਇਹ ਤੇ ਉਸ ਸਮੇਂ ਦੇ ਕਾਂਗਰਸ ਸੂਬਾ ਦੇ ਵਾਈਸ ਪ੍ਰੈਜ਼ੀਡੈਂਟ ਮੈਨੂੰ ਯਾਦ ਹੈ ਮੀਰ ਪੁੰਛੀ, ਉਸਨੇ डिफेंस मिनिस्टर रक्षा मंत्री ਨੂੰ ਮੇਰੇ ਪਾਸ ਚਿੱਠੀ ਹੈ ਜਿਹੜੀ ਲਿਖੀ ਕਿ ਜੇ ਬ੍ਰਿਗੇਡੀਅਰ ਕਰਨਲ ਕਾਲੋਂ ਉਸमें ਲੈਫਟੀਨੈਂਟ ਕਰਨਲ ਜੇਕਰ ਇਹ ਇਹਨਾਂ ਦੀ ਪਲਟਨ ਇੱਥੇ ਨਾ ਹੁੰਦੀ ਤੇ ਸਾਰਾ ਪੁੰਛ ਤਬਾਹ ਹੋ ਜਾਣਾ ਸੀ। ਇਹ ਦਮ ਚਾਹੀਏ। ਮੇਰੀ ਐਕਸਪਲੇਨੇਸ਼ਨ ਮੰਗੀ ਕਿ ਕਿਉਂ ਗਏ रिक्वेजिशन करने के, मैं इसलिए गया क्योंकि माल शबाब की रक्षा और वो डीसी वो एसएसपी ਉਸ ਹਾਲਾਤ ਦੇ ਵਿੱਚ ਜਦੋਂ ਅਸੀਂ ਅੱਜ ਗੱਲ ਕਰਦੇ ਹਾਂ ਇਹ ਕਰਨਾ ਚਾਹੀਦਾ ਸੀ। ਜੇ ਕੋਈ ਦਮ ਹੁੰਦਾ ਤਾਂ ਕਰ ਸਕਦੇ ਸੀ। और फौज ਕਿਸੇ ਇੱਕ ਫੌਜੀ ਅਫਸਰ ਦੇ ਨਾ ਛੱਡੀਏ, ਰਾਸ਼ਟਰਪਤੀ ਹੋਣ ਦੇ ਨਾਤੇ ਰਾਸ਼ਟਰਪਤੀ ਹੋਣ ਦੇ ਨਾਤੇ ਜੈਲ ਸਿੰਘ ਖੁਦ ਕੁਝ ਕਰ ਸਕਦੇ ਸੀ। ਸੁਪਰੀਮ ਕਮਾਂਡਰ ਆਫ ਦੀ ਆਰਮਡ ਫੋਰਸਸ, ਅਗਰ ਉਹਨੂੰ ਮੰਨ ਲਿਆ ਜਾਏ ਕਿ ਉਹਨੂੰ ਕਿਸੇ ਠੀਕ ਹੈ ਉਹਨੇ ਐਕਸ਼ਨ ਲੈਣਾ ਹੈ ਜੇ ਜੰਗ ਲੜਨੀ ਹੈ, ਫਿਰ ਉਹ ਕੈਬਨਿਟ ਰਿਕਮੈਂਡ ਕਰਦੀ ਹੈ ਕਿ ਜੰਗ ਲੜਨੀ ਹੈ ਕਿਸੇ ਪੜੋਸੀ ਮੁਲਕ ਦੇ ਨਾਲ, ਤੇ ਫਿਰ ਉਹਦੇ ਤੇ ਮਗਰ ਇਸ ਹਾਲ ਦੇ ਵਿੱਚ ਮੈਂ ਮਹਿਸੂਸ ਕਰਦਾ ਹੀ ਕੋਡ ਹੈਵ ਰਿਕੁਐਜ਼ੀਸ਼ਨ, ਉਹ ਚੀਫ ਨੂੰ ਬੁਲਾ ਕੇ ਇਹ ਗੱਲ ਨਹੀਂ ਹੈਗੀ ਉਹਨੂੰ ਹੁਕਮ ਦੇ ਸਕਦਾ। ਕਿਆ ਗਿਆਨੀ ਜ਼ੈਲ ਸਿੰਘ ਸਿਰਫ ਇਸ ਕਰਕੇ ਝਾਗੇ ਸੀ ਕਿ ਖੁਦ ਸਿੱਖ ਸੀ ਔਰ ਟਾਰਗੇਟ ਨਹੀਂ ਹੋਣਾ ਚਾਹੁੰਦੇ ਸੀ ਡਾਕਟਰ ਚੀਮਾ? ਦੇਖੋ ਇਹ ਗੱਲ ਉਹਨਾਂ ਦੇ ਖਿਲਾਫ ਵੀ ਜਾ ਸਕਦੀ ਸੀ ਜੋ ਖੁਦ ਕਾਰਵਾਈ ਕਰਦੇ। ਮੈਂ ਸਮਝਦਾ ਕਿ ਬਹੁਤ ਵੱਡੀ ਕਮਜ਼ੋਰੀ ਮੈਂ ਕਹਿ ਸਕਦਾ ਗਿਆਨੀ ਜੈਲ ਸਿੰਘ ਹੋਰਾਂ ਦੀ ਉਸ ਵੇਲੇ 'ਚ, ਔਰ ਇੰਨੀ ਗੱਲ ਕਹਿ ਕੇ ਪੱਲਾ ਨਹੀਂ ਝਾੜਿਆ ਜਾ ਸਕਦਾ ਕਿ ਉਹਨਾਂ ਨੇ ਟੈਲੀਫੋਨ ਕੀਤਾ ਸੀ ਔਰ ਅੱਗੋਂ ਟੈਲੀਫੋਨ ਨਹੀਂ ਚੱਕਿਆ। ਤੇ ਇੱਕ ਦੇਸ਼ ਦਾ ਰਾਸ਼ਟਰਪਤੀ ਹੋ ਕੇ ਜਿਹਦੀ ਜ਼ਿੰਮੇਵਾਰੀ ਹੈ ਕਿ ਸਾਰੇ ਧਰਮਾਂ ਦੇ ਲੋਕਾਂ ਦੀ ਜਿਹੜੀ ਰਾਖੀ ਦੀ, ਤੇ ਉਹ ਇੰਨਾ ਹੈਲਪਲੈਸ ਹੋ ਜਾਵੇ ਕਿ ਜੇ ਪ੍ਰਾਈਮ ਮਿਨਿਸਟਰ ਨੇ ਜਿਹਦਾ ਉਸ ਵੇਲੇ ਜਾਤੀ ਹਿੱਤ ਜਿਹੜਾ ਇਨਵੋਲਵਡ ਆ, ਜਿਹੜਾ ਉਸ ਵੇਲੇ ਨਫ਼ਰਤ ਦਾ ਖੁਦ ਆਪ ਸ਼ਿਕਾਰ ਹੋਇਆ, ਉਸ ਵਿਅਕਤੀ ਦੇ ਉੱਤੇ ਤੁਸੀਂ ਛੱਡ ਦਿਓ ਵੀ ਠੀਕ ਹੈ ਜੇ ਮੇਰਾ ਟੈਲੀਫੋਨ ਨਹੀਂ ਚੁੱਕਿਆ ਤੇ ਫਿਰ ਜੋ ਕਰਦਾ ਉਹ ਕਰੀ ਜਾਵੇ। ਇਹ ਬਹੁਤ ਵੱਡੀ ਮੈਂ ਕਹਿ ਸਕਦਾ ਕਿ ਕਮਜ਼ੋਰੀ ਆ। ਅਸੀਂ ਡੈਮੋਕ੍ਰੇਸੀ ਕਿਉਂਕਿ ਇਕੱਲਾ ਟੈਲੀਫੋਨ ਦੀ ਗੱਲ ਇੱਕ ਕਹਿ ਕੇ ਆਪਾਂ ਕਹਿ ਦਿੰਦੇ ਕਿ ਟੈਲੀਫੋਨ ਨਹੀਂ ਚੱਕਿਆ ਤਾਂ ਗੱਲ ਕੀ ਰਾਸ਼ਟਰਪਤੀ ਕੋਲ ਇਹ ਮੈਸੇਜ ਕਨਵੇ ਕਰਨ ਦੇ ਹੋਰ ਤਰੀਕੇ ਨਹੀਂ ਹੈਗੇ ਕਿ ਜੋ ਐਜ਼ ਰਾਸ਼ਟਰਪਤੀ ਰਿਕਾਰਡ ਤੇ ਲਿਆਉਣ ਦੀਆਂ ਚੀਜ਼ਾਂ ਦੀ ਜ਼ਰੂਰਤ ਸੀ ਕਿ ਉਹ ਆਰਡਰ ਐਜ਼ ਪਰ ਰਿਕਾਰਡ ਉਸ ਟਾਈਮ ਕੀਤੇ ਗਏ, ਭਾਵੇਂ ਉਹਨਾਂ ਦੀ ਇੰਪਲੀਮੈਂਟੇਸ਼ਨ ਹੁੰਦੀ ਸਿਆਸੀ ਤੌਰ ਤੇ ਜਾਂ ਨਾ ਹੁੰਦੀ ਜੀ, ਲੇਕਿਨ ਬਤੌਰ ਰਾਸ਼ਟਰਪਤੀ ਤੁਸੀਂ ਐਡੇ ਵੀਕ ਨਹੀਂ ਹੈਗੇ ਕਿ ਤੁਸੀਂ ਇਹਨੂੰ ਰਿਕਾਰਡ ਤੇ ਵੀ ਨਹੀਂ ਡਾ ਸਕਦੇ। ਬਹੁਤ ਅਹਿਮ ਸਵਾਲ ਡਾਕਟਰ ਚੀਮਾ ਇਸ ਵੇਲੇ ਉਠਾ ਰਹੇ ਨੇ। ਬ੍ਰੇਕ ਤੇ ਜਾਣ ਦਾ ਵਕਤ ਹੈ। ਬ੍ਰੇਕ ਤੇ ਜਾਣ ਤੋਂ ਬਾਅਦ ਅਸੀਂ ਕਰਨੈਲ ਸਿੰਘ ਪੀਰ ਮੁਹੰਮਦ ਹੋਰਾਂ ਦੇ ਕੋਲ ਵੀ ਆਵਾਂਗੇ, ਹੋਰ ਬਹੁਤ ਸਾਰੇ ਸਵਾਲ ਨੇ, ਪਰ ਜਾਣ ਤੋਂ ਪਹਿਲਾਂ ਮੈਂ ਗੁਰਤੇਜ ਸਿੰਘ ਹੋਰਾਂ ਦੇ ਕੋਲ ਆਉਣਾ ਚਾਹੁੰਦਾ। ਗੁਰਤੇਜ ਸਿੰਘ ਜੀ, ਤੁਹਾਨੂੰ ਲੱਗਦਾ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਅੱਜ ਬੇਸ਼ੱਕ ਇਹ ਮੰਨਿਆ ਜਾ ਰਿਹਾ, ਇਹ ਗੱਲ ਰਿਕਾਰਡ ਦਾ ਹਿੱਸਾ ਬਣ ਰਹੀ ਹੈ ਕਿ ਰਾਸ਼ਟਰਪਤੀ ਉਸ ਵੇਲੇ ਆਪਣੇ ਆਪ ਨੂੰ ਮਜਬੂਰ ਮਹਿਸੂਸ ਕਰ ਰਹੇ ਸਨ, ਪਰ ਉਹਨਾਂ ਦੇ ਪੂਰੇ ਇਤਿਹਾਸ ਦੇ ਵਿੱਚ ਉਹਨਾਂ ਨੇ ਕਾਗਜ਼ੀ ਕਾਰਵਾਈ ਦੇ ਵਿੱਚ ਇਹ ਚੀਜ਼ਾਂ ਨਹੀਂ ਲਿਆਂਦੀਆਂ? ਗਿਆਨੀ ਜ਼ੈਲ ਸਿੰਘ ਮੇਰੇ ਖਿਆਲ ਦੇ ਵਿੱਚ ਮਜਬੂਰ ਨਹੀਂ ਸੀ, ਉਸਨੇ ਆਪਣੇ ਆਪ ਨੂੰ ਖੁਦ ਮਜਬੂਰ ਬਣਾਇਆ ਸੀ, ਅਪੰਗ ਬਣਾਇਆ ਸੀ। ਪਹਿਲੀ ਗੱਲ, ਜਿਸ ਵੇਲੇ ਉਸ ਨੂੰ ਪ੍ਰੈਜ਼ੀਡੈਂਟ ਦੇ ਤੌਰ ਤੇ ਨੋਮੀਨੇਟ ਕੀਤਾ ਗਿਆ ਤਾਂ ਉਹਨਾਂ ਦਾ ਬਿਆਨ ਤੁਸੀਂ ਪੜ੍ਹਿਆ ਹੋਣਾ ਜੀ, ਇੰਡੀਆ ਟੁਡੇ ਦੇ ਵਿੱਚ ਉਸ ਵੇਲੇ ਛਪਿਆ ਸੀ, ਨਵਾਂ ਮੈਗਜ਼ੀਨ ਛਪਣ ਲੱਗਿਆ ਸੀ। ਉਸਨੇ ਕਿਹਾ ਕਿ ਮੈਂ ਕੋਈ ਪ੍ਰੈਜ਼ੀਡੈਂਟ ਨਹੀਂ ਬਣਨ ਜਾ ਰਿਹਾ, ਮੈਂ ਤਾਂ ਇੰਦਰਾ ਗਾਂਧੀ ਦੇ ਦਰ ਦੇ ਉੱਤੇ ਝਾੜੂ ਬਰਦਾਰ ਬਣਨ ਜਾ ਰਿਹਾ। ਜਿਹੜੇ ਬੰਦੇ ਦੀ ਮਾਨਸਿਕਤਾ ਇਹ ਸੀ ਕਿ ਇਸ ਪਰਿਵਾਰ ਦਾ ਮੈਂ ਸਦਾ ਵਫਾਦਾਰ ਰਿਹਾ ਔਰ ਸਦਾ ਵਫਾਦਾਰ ਰਵਾਂਗਾ। ਫਿਰ ਦੂਸਰੀ ਗੱਲ, ਜਿਸ ਵੇਲੇ ਇੱਕ ਤਰਲੋਚਨ ਸਿੰਘ ਨੇ ਇੱਕ ਆਰਟੀਕਲ ਲਿਖਿਆ ਅਜੀਤ ਦੇ ਵਿੱਚ ਕਿ ਗਿਆਨੀ ਜ਼ੈਲ ਸਿੰਘ ਸਾਊਥ ਦੇ ਵਿੱਚ ਨਾਮਦੇਵ ਦੇ ਡੇਰੇ ਦੇ ਉੱਤੇ ਗਿਆ, ਉੱਥੇ ਉਸ ਨੂੰ ਕੋਈ ਮਿਲ ਨਹੀਂ ਆਇਆ, ਬਤੌਰ ਪ੍ਰੈਜ਼ੀਡੈਂਟ ਗਿਆ ਉਹ, ਲੇਕਿਨ ਉੱਥੋਂ ਦਾ ਮੁੱਖ ਮੰਤਰੀ ਜਾਂ ਕੋਈ, ਉਹਨਾਂ ਨੇ ਇੱਕ ਸਿਰਫ ਡਿਪਟੀ ਮੰਤਰੀ ਨੂੰ ਉਹਦੀ ਸੇਵਾ ਦੇ ਵਾਸਤੇ ਉੱਥੇ ਹਾਜ਼ਰ ਕਰਤਾ। ਔਰ ਉਹਨੇ ਆ ਕੇ ਕੀ ਕਿਹਾ ਗਿਆਨੀ ਜ਼ੈਲ ਸਿੰਘ ਨੂੰ, ਉਹ ਕਹਿੰਦਾ ਗਿਆਨੀ ਜੀ ਇਹ ਨੀਚ ਲੋਕ ਜਿਨ੍ਹਾਂ ਦੇ ਡੇਰੇ ਬਣੇ ਹੋਏ ਨੇ, ਤੁਸੀਂ ਇਹਨਾਂ ਦੇ ਆ ਕੇ ਇਹਨਾਂ ਨੂੰ ਵਡਿਆਉਂਦੇ ਹੋ, ਇਹ ਸਾਡੇ ਵਾਸਤੇ ਮਸਲੇ ਖੜੇ ਕਰਦੇ ਨੇ, ਤੁਹਾਨੂੰ ਕੀ ਲੋੜ ਸੀ ਇੱਥੇ ਆਉਣ ਦੀ ਜੀ। ਯਾਨੀ ਗਿਆਨੀ ਜ਼ੈਲ ਸਿੰਘ ਬਤੌਰ ਸਿੱਖ ਇੱਕ ਇੰਨਾ ਕਮਜ਼ੋਰ ਸੀ ਕਿ ਉਸ ਨੂੰ ਕਿਸੇ ਤਰ੍ਹਾਂ ਦੇ ਨਾਲ ਵੀ ਉਹਨਾਂ ਨੇ ਸੀਰੀਅਸਲੀ ਨਹੀਂ ਲਿਆ। ਔਰ ਉਹਨੇ ਆਪਣੇ ਆਪ ਨੂੰ ਕੀ ਕਾਰਨ ਸੀ ਕਿ ਜਿਹੜੀਆਂ ਕਨਵੈਨਸ਼ਨਸ ਹੈ ਉਹ ਵੀ ਕੰਪਰੋਮਾਈਜ਼ ਕੀਤਾ ਗਈਆਂ, ਰਾਸ਼ਟਰਪਤੀ ਨਾਲ ਜਿਹੜੀਆਂ ਜੁੜੀਆਂ ਹੋਈਆਂ ਕਨਵੈਨਸ਼ਨਸ ਹੈ? ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ। ਇਹ ਲਗਾਤਾਰ ਉਦੋਂ ਉੱਠ ਰਿਹਾ ਜਦੋਂ ਅਸੀਂ ਬਾਰ-ਬਾਰ ਇਸ ਚੀਜ਼ ਨੂੰ ਦੇਖਦੇ ਹਾਂ ਕਿ ਤਾਜ਼ਾ ਹਾਲਾਤ ਦੇ ਵਿੱਚ ਪ੍ਰਧਾਨ ਮੰਤਰੀ ਜੋ ਕੁਝ ਦਿੱਲੀ ਦੇ ਵਿੱਚ ਹੋਇਆ ਅਰਵਿੰਦ ਕੇਜਰੀਵਾਲ ਦੀ ਸਰਕਾਰ ਬਣਨ ਦੇ ਵੇਲੇ, ਔਰ ਵਿਰੋਧ ਪ੍ਰਦਰਸ਼ਨ ਜਦੋਂ ਹੋਣੇ ਸ਼ੁਰੂ ਹੋਏ ਰੇਲ ਭਵਨ ਦੇ ਨੇੜੇ, ਤਾਂ ਨਾਲ ਦੀ ਨਾਲ ਬਰੀਫ ਕੀਤਾ ਗਿਆ ਰਾਸ਼ਟਰਪਤੀ ਨੂੰ, ਪਰ ਉਹ ਕਨਵੈਨਸ਼ਨਸ ਉਸ ਵੇਲੇ ਫੋਲੋ ਕਿਉਂ ਨਹੀਂ ਹੋਈਆਂ? ਕਿਉਂ ਇੰਨਾ ਕਮਜ਼ੋਰ ਮਹਿਸੂਸ ਕੀਤਾ ਗਿਆ ਖੁਦ ਰਾਸ਼ਟਰਪਤੀ ਵੱਲੋਂ ਖੁਦ ਨੂੰ, ਕਿ ਨਾ ਤਾਂ ਉਹਨਾਂ ਨੂੰ ਕਿਸੇ ਨੇ ਅਕਾਊਂਟੇਬਲ ਹੋ ਕੇ ਕੋਈ ਜਵਾਬ ਦਿੱਤਾ ਤੇ ਨਾ ਹੀ ਉਹਨਾਂ ਦੀ ਕੋਈ ਗੱਲ ਸੁਣੀ ਗਈ? ਇਹ ਸਾਰੇ ਸਵਾਲ ਹਾਲੇ ਬਾਕੀ ਨੇ। ਅਸੀਂ ਵਾਪਸ ਆਵਾਂਗੇ ਇਸ ਚਰਚਾ ਦੇ ਵਿੱਚ, ਵਾਪਸ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਚਰਚਾ ਦਾ ਸਿਲਸਿਲਾ ਫਿਰ ਜਾਰੀ ਹੈ। ਸਾਡੇ ਵਿਚਕਾਰ ਸਾਡੇ ਮਹਿਮਾਨ ਮੌਜੂਦ ਨੇ, ਕਰਨੈਲ ਸਿੰਘ ਪੀਰ ਮੁਹੰਮਦ ਇਸ ਵੇਲੇ ਸਾਡੇ ਵਿਚਕਾਰ ਮੌਜੂਦ ਨੇ। ਕਰਨੈਲ ਜੀ, ਜੋ ਲਗਾਤਾਰ ਗੱਲ ਉੱਠ ਰਹੀ ਹੈ, ਜਿਵੇਂ ਡਾਕਟਰ ਗੁਰਦੀਪ ਕੌਰ ਕਹਿੰਦੇ ਨੇ ਕਿ ਬਹੁਤ ਮਜਬੂਰ ਮਹਿਸੂਸ ਕਰ ਰਹੇ ਸੀ ਗਿਆਨੀ ਜ਼ੈਲ ਸਿੰਘ,
ਔਰ ਜੋ ਫੈਸਲੇ ਲਏ ਗਏ ਉਹ ਸਾਰੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਂ ਜੋ ਰਾਜੀਵ ਗਾਂਧੀ ਵੱਲੋਂ ਲਏ ਗਏ, ਤਾਂ ਉਸ ਹਾਲਾਤ ਦੇ ਵਿੱਚ ਕੀ ਤੁਹਾਨੂੰ ਲੱਗਦਾ ਹੈ ਕਿ ਉਸ ਵੇਲੇ ਪ੍ਰਧਾਨ ਮੰਤਰੀ ਦਫ਼ਤਰ ਜਾਂ ਪ੍ਰਧਾਨ ਮੰਤਰੀ ਦੀ ਤਾਕਤ ਇੰਨੀ ਹੋ ਚੁੱਕੀ ਸੀ ਕਿ ਉਹ ਡਿਕਟੇਟਰ ਦੇ ਹੱਦ ਤੱਕ ਜਾ ਕੇ ਜੋ ਫੈਸਲਾ ਲੈਣਾ ਚਾਹੁੰਦੇ, ਚਾਹੇ ਉਹਦੇ ਚ ਲੋਕਾਂ ਦਾ ਕਤਲੇਆਮ ਵੀ ਸੀ, ਉਹ ਕੁਝ ਇੰਪਲੀਮੈਂਟ ਕੀਤਾ ਜਾ ਰਿਹਾ ਸੀ ਨਾਲ ਦੀ ਨਾਲ, ਬਿਨਾਂ ਕਿਸੇ ਡਿਸਕਸ਼ਨ ਦੇ, ਬਿਨਾਂ ਕਿਸੇ ਚਰਚਾ ਦੇ, ਔਰ ਬਿਨਾਂ ਉਹ ਸਾਰਿਆਂ ਨੂੰ ਰੋਕਣ ਦੀ ਕੋਸ਼ਿਸ਼ ਤੇ ਦੇਖੋ ਉਹ ਸਾਰੀ ਤਾਕਤ ਡਾਇਲਿਊਟ ਕਰ ਦਿੱਤੀ ਗਈ ਸੀ। ਦਵਿੰਦਰ ਜੀ, ਮੇਨ ਗੱਲ ਇਹ ਆ ਕਿ ਜਿਵੇਂ ਸਰਦਾਰ ਗੁਰਤੇਜ ਸਿੰਘ IAS ਸਾਹਿਬ ਨੇ ਦੱਸਿਆ ਹੈ ਕਿ ਜਿਸ ਵਿਅਕਤੀ ਨੇ ਆਪਣੇ ਇਸ ਅਹੁਦੇ ਤੋਂ ਪਹਿਲਾਂ ਹੀ ਇਹ ਗੱਲ ਕਹਿ ਦਿੱਤੀ ਕਿ ਮੈਂ ਤਾਂ ਝਾੜੂ ਬਰਦਾਰ ਹਾਂ ਇੰਦਰਾ ਗਾਂਧੀ ਦਾ, ਤਾਂ ਉਸ ਤੋਂ ਤੁਸੀਂ ਕੀ ਆਸ ਰੱਖ ਸਕਦੇ ਹੋ? ਤੇ ਉਸ ਦੀ ਤਾਜ਼ਾ ਮਿਸਾਲ ਡਾਕਟਰ ਮਨਮੋਹਨ ਸਿੰਘ ਤੁਹਾਡੇ ਸਾਹਮਣੇ ਨੇ। ਕੱਲ੍ਹ ਨੂੰ ਜਦੋਂ ਇਹਨਾਂ ਨੇ ਪ੍ਰਾਈਮ ਮਿਨਿਸਟਰ ਦੇ ਅਹੁਦੇ ਤੋਂ ਪਾਸੇ ਜਾਣਾ, ਕੱਲ੍ਹ ਨੂੰ ਇਹਨਾਂ ਨੇ ਵੀ ਇਹੋ ਗੱਲ ਹੀ ਕਹਿਣੀ, ਇਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਵੀ ਇਹੋ ਗੱਲ ਕਹਿਣੀ ਕਿ ਦੇਖੋ ਜੀ ਡਾਕਟਰ ਮਨਮੋਹਨ ਸਿੰਘ ਬਹੁਤ ਕੁਝ ਸਿੱਖ ਕੌਮ ਲਈ ਕਰਨਾ ਚਾਹੁੰਦੇ ਸੀ, ਲੇਕਿਨ ਉਹ ਬੇਵੱਸ ਸੀ। ਤੇ ਜਿਹੜੇ ਲੋਕ ਇੰਨੇ ਵੱਡੇ ਅਹੁਦਿਆਂ ਦੇ ਉੱਤੇ ਰਹਿ ਕੇ ਔਰ ਉਸ ਧਰਮ ਦਾ ਗਿਆਨੀ ਸ਼ਬਦ ਉਹਨਾਂ ਦੇ ਨਾਮ ਨਾਲ ਲੱਗਦਾ ਸੀ, ਤੇ ਉਹਨਾਂ ਨੂੰ ਗਿਆਨ ਵੀ ਸੀ ਇਸ ਗੱਲ ਦਾ ਕਿ ਉਹ ਇੱਕ ਗ੍ਰੰਥੀ ਦੀ ਸੇਵਾ ਵੀ ਨਿਭਾ ਚੁੱਕੇ ਸੀ। ਤੇ ਜਦੋਂ ਹਰਿਮੰਦਰ ਸਾਹਿਬ ਦੇ ਉੱਪਰ ਹਮਲਾ ਹੋਇਆ, ਜੋ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਗਨ ਭੇਟ ਕੀਤਾ ਗਿਆ, ਜਿਹੜਾ ਤੋਸ਼ਾਖਾਨਾ ਤਬਾਹ ਕਰ ਦਿੱਤਾ ਗਿਆ, ਅਕਾਲ ਤਖਤ ਸਾਹਿਬ ਢਹਿ ਢੇਰੀ ਕਰ ਦਿੱਤਾ ਗਿਆ, ਤਾਂ ਉਸ ਤੋਂ ਬਾਅਦ ਲਾਇਬ੍ਰੇਰੀ, ਤੇ ਉਹ ਉੱਥੇ ਜਦੋਂ ਦੇਖ ਕੇ ਉਹ ਆਪ ਖੁਦ ਉੱਥੇ ਉਹਨਾਂ ਨੇ ਦੇਖਿਆ ਤੇ ਇੰਨੀ ਵੱਡਾ ਘਟਨਾਕ੍ਰਮ ਵਾਪਰਿਆ। ਉਸ ਤੋਂ ਬਾਅਦ ਆਪਰੇਸ਼ਨ ਵੋਡਰੋਜ਼ ਵਰਗੀਆਂ ਘਟਨਾਵਾਂ ਪੰਜਾਬ ਦੇ ਵਿੱਚ ਵਾਪਰੀਆਂ, ਆਪਰੇਸ਼ਨ ਸ਼ਾਂਤੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ, ਔਰ ਇਸੇ ਤਰ੍ਹਾਂ ਜੋ ਨਵੰਬਰ 1984 ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ, ਇਹ ਆਪਣੇ ਆਪ ਵਿੱਚ ਇੱਕ ਇੰਨਾ ਦਰਦਨਾਕ ਸਾਕਾ ਸੀ ਜਿਸ ਦੇ ਬਾਰੇ ਹੁਣ ਅੱਜ ਉਹਨਾਂ ਦੇ ਵਾਰਸ ਇਹ ਕਹਿੰਦੇ ਨੇ। ਮੈਂ ਉਸ ਦੇ ਨਾਲ ਇਹ ਸਹਿਮਤ ਨਹੀਂ ਹੈਗਾ ਕਿ ਤੁਹਾਡੇ ਮੁਤਾਬਕ ਕੋਈ ਇੱਕ ਜਗ੍ਹਾ, ਕੋਈ ਇੱਕ ਮੂਵਮੈਂਟ ਐਸੀ ਹੋਣੀ ਚਾਹੀਦੀ ਸੀ ਜਦੋਂ ਕੁਝ ਕਰਦੇ। ਬਿਲਕੁਲ ਦੇਖੋ ਇਹ ਕਿੰਨੇ, ਇਹ ਦੇਖੋ ਸਰਦਾਰ ਦਰਬਾਰਾ ਸਿੰਘ, ਬੂਟਾ ਸਿੰਘ, ਇਹ ਆਪਣੇ ਗਿਆਨੀ ਜੈਲ ਸਿੰਘ, ਇਹਨਾਂ ਦੀ ਇੱਕ ਤਿੱਕੜੀ ਸੀ, ਆਪਸ ਵਿੱਚ ਇਹਨਾਂ ਦੇ ਝਗੜੇ ਸੀ, ਪੋਲੀਟੀਕਲ ਕੀ ਸੀ, ਲੇਕਿਨ ਇਹਨਾਂ ਨੇ ਜੋ ਬਰਬਾਦੀ ਸਿੱਖ ਕੌਮ ਦੀ ਕਰਨ ਦੀ ਕੋਸ਼ਿਸ਼ ਕੀਤੀ, ਔਰ ਇੰਦਰਾ ਗਾਂਧੀ ਨੇ ਜਾਂ ਉਹਦੀ ਜਿੰਨੇ ਵੀ ਉਹਦੇ ਕੈਬਨਿਟ ਦੇ ਬੰਦੇ ਸੀ, ਜੋ ਕੁਝ ਉਹਨਾਂ ਨੇ ਕੀਤਾ, ਤੇ ਉਹ ਆਪਣੇ ਆਪ ਵਿੱਚ ਇੱਕ ਇੰਨੀ ਸ਼ਰਮਨਾਕ ਘਟਨਾ ਹੈ ਇਤਿਹਾਸ ਦੇ ਵਿੱਚ, ਇਹਨਾਂ ਨੂੰ ਕਦੀ ਮਾਫ ਨਹੀਂ ਕੀਤਾ ਜਾਵੇਗਾ। ਤੁਸੀਂ ਮਹਿਸੂਸ ਕਰਦੇ ਹੋ ਕਿ ਇਸ ਪੂਰੇ ਹਾਲਾਤ ਦੇ ਵਿੱਚ ਵਾਕਈ ਬਹੁਤ ਜ਼ਿਆਦਾ ਮਜਬੂਰ ਸੀ ਰਾਸ਼ਟਰਪਤੀ ਦਾ ਅਹੁਦਾ? ਨਹੀਂ, ਮੈਂ ਕਹਿੰਦਾ ਰਾਸ਼ਟਰਪਤੀ ਦਾ ਅਹੁਦਾ ਤਾਂ ਬਹੁਤ ਵੱਡਾ ਹੁੰਦਾ। ਇੱਕ ਗਲੀ ਦੇ ਵਿੱਚ ਕਿਸੇ ਬੀਬੀ ਦਾ ਬੇਪਤੀ ਹੋ ਰਹੀ ਹੈ, ਇੱਕ ਆਮ ਇਨਸਾਨ ਜਿਹੜਾ ਉੱਥੇ ਖੜਾ, ਜੇ ਉਹ ਆਵਾਜ਼ ਉਠਾ ਸਕਦਾ, ਜਿਹਦੇ ਕੋਲ ਰੋਟੀ ਰੋਜੀ ਵੀ ਨਾ ਹੋਵੇ, ਲਾਗੇ ਰੇਹੜੀ ਲਾਉਂਦਾ ਹੋਵੇ, ਉਹ ਵੀ ਡਟ ਕੇ ਆਵਾਜ਼ ਉਠਾਉਂਦਾ ਉਸ ਵੇਲੇ ਕਿ ਇਹ ਗਲਤ ਹੋ ਰਿਹਾ। ਜੇ ਇੱਕ ਦੇਸ਼ ਦਾ ਰਾਸ਼ਟਰਪਤੀ ਇੰਨਾ ਵੀ ਨਹੀਂ ਕਰ ਸਕਦਾ, ਤੇ ਮੈਂ ਸਮਝਦਾ ਕਿ ਇਹ ਬਦਕਿਸਮਤੀ ਵਾਲੀ ਗੱਲ ਹੈ, ਕਿਉਂਕਿ ਇਹ ਕਹਿ ਦੇਣਾ ਸੌਖਾ ਹੈ ਕਿ ਉਹਨਾਂ ਦੇ ਉੱਤੇ ਨੇਸ਼ਨ ਦਾ ਬੋਝ ਸੀ, ਪਰ ਜਦੋਂ ਤੁਸੀਂ ਜ਼ਿੰਮੇਵਾਰੀ ਤਾਂ ਨਿਭਾਈ ਨਹੀਂ, ਤੇ ਬੋਝ ਤੁਸੀਂ ਕਾਹਦਾ ਨੇਸ਼ਨ ਦਾ ਚੁੱਕ ਕੇ ਤੁਰੇ ਫਿਰਦੇ ਹੋ ਕਿ ਤੁਹਾਡੇ ਕੈਪੀਟਲ ਦੇ ਵਿੱਚ ਅੱਗਾਂ ਲੱਗੀਆਂ ਹੋਈਆਂ ਨੇ, ਸਿੱਖ ਮਰ ਰਹੇ ਆ, ਬੀਬੀਆਂ ਬੇਪਤ ਹੋ ਰਹੀਆਂ, ਬੱਚੇ ਜਿੰਦਾ ਜਲਾਏ ਜਾ ਰਹੇ ਆ, ਔਰ ਤੁਸੀਂ ਛੱਡ ਵੀ ਨਹੀਂ ਰਹੇ, ਕਰ ਵੀ ਨਹੀਂ ਰਹੇ। ਔਰ ਛੱਡ ਤੁਸੀਂ ਇਸ ਕਰਕੇ ਨਹੀਂ ਰਹੇ ਵੀ ਮੈਂ ਰਾਸ਼ਟਰ ਦਾ ਪ੍ਰੈਜ਼ੀਡੈਂਟ ਆ, ਤੇ ਰਾਸ਼ਟਰ ਦੇ ਪ੍ਰੈਜ਼ੀਡੈਂਟ ਦੇ ਸਾਹਮਣੇ ਸਾਰਾ ਕੁਝ ਹੋ ਰਿਹਾ, ਤੇ ਤੁਸੀਂ ਕਿਸ ਗੱਲ ਦੇ ਪ੍ਰੈਜ਼ੀਡੈਂਟ ਹੋ ਵੀ ਤੁਸੀਂ ਫਿਰ ਜੇ ਤੁਸੀਂ ਇਹਨੂੰ ਰੋਕ ਨਹੀਂ ਸਕਦੇ ਆਪਣੀਆਂ ਅੱਖਾਂ ਦੇ ਸਾਹਮਣੇ? ਤੁਸੀਂ ਕਹਿੰਦੇ ਪ੍ਰਾਈਮ ਮਿਨਿਸਟਰ ਸਾਡਾ ਫੋਨ ਅਟੈਂਡ ਨਹੀਂ ਕਰ ਰਿਹਾ ਸੀ, ਤੇ ਫਿਰ ਇਹਦਾ ਮਤਲਬ ਤੁਸੀਂ ਆਪਣਾ ਸੁੱਖ ਆਰਾਮ ਨਹੀਂ ਛੱਡਣਾ ਚਾਹੁੰਦੇ ਰਾਸ਼ਟਰਪਤੀ ਭਵਨ ਦਾ, ਤੁਸੀਂ ਅਹੁਦਾ ਤਾਂ ਛੱਡ ਸਕਦੇ ਹੋ। ਪਰ ਉਹਦਾ ਛੱਡਣ ਦੇ ਪਿੱਛੇ ਤਾਂ ਉਹਨਾਂ ਦੀ ਅਗਲਾ ਆਰਗੂਮੈਂਟ ਇਹ ਹੈ, ਉਹਨਾਂ ਦੇ ਪਰਿਵਾਰ ਦਾ ਆਰਗੂਮੈਂਟ ਇਹ ਹੈ ਕਿ ਜੇ ਉਸ ਵੇਲੇ ਉਹ ਛੱਡਦੇ ਤਾਂ ਉਹ ਬਾਕੀ ਗਿਣੇ ਜਾਣੇ ਸੀ, ਔਰ ਮੁੜ ਕੇ ਸਿੱਖਾਂ ਦੇ ਵਾਸਤੇ ਮੁਸੀਬਤ ਮੈਂ ਇਹਨਾਂ ਦੇ ਇੱਕ ਗੱਲ ਮੈਂ ਗੱਲਾਂ ਦੇ ਵਿੱਚ ਮੈਂ ਨਹੀਂ ਪੈਣਾ ਚਾਹੁੰਦਾ। ਤੁਸੀਂ ਕਨਸਟੀਟਿਊਸ਼ਨ ਨੂੰ ਅਪਹੋਲਡ ਕਰਨ ਵਾਸਤੇ ਕਿਸੇ ਅਹੁਦੇ ਦੇ ਉੱਤੇ ਲੱਗੇ ਹੋ, ਨਾ ਕਿ ਭਾਵਕ ਗੱਲਾਂ ਕਰਨ ਵਾਸਤੇ। ਜਾਂ ਤਾਂ ਆਪਣੀ ਕਨਸਟੀਟਿਊਸ਼ਨਲ ਡਿਊਟੀ ਕਰੋ, ਜੇ ਤੁਸੀਂ ਕਨਸਟੀਟਿਊਸ਼ਨਲ ਡਿਊਟੀ ਨਹੀਂ ਨਿਭਾ ਸਕਦੇ ਤੇ ਫਿਰ ਤੁਸੀਂ ਆਪਣਾ ਅਹੁਦਾ ਛੱਡੋ ਕਿਸੇ ਹੋਰ ਨੂੰ, ਜਿਹੜਾ ਸਭ ਤੋਂ ਵੱਡੀ ਉਹਨਾਂ ਦੀ ਸਭ ਤੋਂ ਵੱਡੀ ਪ੍ਰੈਜ਼ੀਡੈਂਟ ਅਗਰ ਅਹੁਦਾ ਛੱਡਦਾ ਤੇ ਸ਼ਾਇਦ ਉਸ ਵੇਲੇ ਹਾਲਾਤ ਜਿਹੜੇ ਦੇਸ਼ ਦੇ ਬਦਲ ਜਾਂਦੇ। ਸਾਰੀ ਦੁਨੀਆ ਦੀ ਨਜ਼ਰ ਜਿਹੜੀ ਇਸ ਗੱਲ ਤੇ, ਇਸ ਗੰਭੀਰਤਾ ਦੇ ਉੱਤੇ ਹੁੰਦੀ ਕਿ ਕਿੱਡਾ ਵੱਡਾ ਇਹ ਕੰਮ ਹੋ ਰਿਹਾ ਗਲਤ, ਕਿ ਦੇਸ਼ ਦੇ ਰਾਸ਼ਟਰਪਤੀ ਨੇ ਵੀ ਇਹਨੂੰ ਜਿਹੜਾ ਸਵੀਕਾਰ ਕਰਨ ਦੇ ਉੱਤੋਂ ਮਨਾ ਕਰ ਦਿੱਤੀ। ਬਹੁਤ ਦੁਨੀਆ ਦੀਆਂ ਫਟਕਾਰਾਂ ਸ਼ਾਇਦ ਉਸ ਵੇਲੇ ਜਿਹੜੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਸੀ ਉਹਨੂੰ ਪੈਂਦੀਆਂ, ਔਰ ਉਹਨੂੰ ਮਜਬੂਰ ਹੋਣਾ ਪੈਂਦਾ ਸ਼ਾਇਦ ਇਹਨਾਂ ਗੱਲਾਂ ਨੂੰ ਰੋਕਣ ਵਾਸਤੇ, ਕਿਉਂਕਿ ਇੱਕ ਵੱਖਰਾ ਸੰਦੇਸ਼ ਜਿਹੜਾ ਦੁਨੀਆ ਦੇ ਵਿੱਚ ਜਾਣਾ ਸੀ। ਗੁਰਤੇਜ ਸਿੰਘ ਜੀ ਦਾ ਕਮੈਂਟ ਗੱਲ ਕਹਿਣੀ ਚਾਹੁੰਦਾ ਕਿ ਰਾਸ਼ਟਰਪਤੀ ਦੀ ਕਾਰ ਦੇ ਉੱਪਰ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਦੇ ਉੱਪਰ ਉਹਦੇ ਪੱਥਰ ਮਾਰੇ ਗਏ। ਉਦੋਂ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਸੀ, ਉਸੇ ਵਕਤ ਉਹਨਾਂ ਨੂੰ ਰਾਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਜਗ੍ਹਾ ਉਸ ਵਕਤ ਫੌਜ ਦੇ ਹੱਥ ਕਮਾਂਡ ਦਿੱਤੀ ਹੁੰਦੀ ਦੇਸ਼ ਦੀ,
ਐਮਰਜੈਂਸੀ ਜੇ ਇੰਦਰਾ ਗਾਂਧੀ ਲਾ ਸਕਦੀ ਏ ਆਪਣੇ ਪੋਲੀਟੀਕਲ ਕੈਰੀਅਰ ਨੂੰ ਬਰਕਰਾਰ ਰੱਖਣ ਵਾਸਤੇ, ਤਾਂ ਸਿੱਖ ਕੌਮ ਦੀ ਹੌਂਦ-ਹਸਤੀ ਨੂੰ ਜਿਹੜਾ ਐਡਾ ਵੱਡਾ ਚੈਲੰਜ ਕਰਨ ਵਾਲੀਆਂ ਤਾਕਤਾਂ ਉਹਦੇ ਸਾਹਮਣੇ ਉਹਦੇ ਕਾਰ ਦੇ ਉੱਪਰ ਕੀ ਮੰਨਦੇ ਹੋ ਤੁਸੀਂ? ਸਿੱਖਾਂ ਦੀ ਖਾਤਰ ਫੈਸਲਾ ਲਿਆ ਗਿਆ, ਮੁਲਕ ਦੀ ਇੰਟੈਗ੍ਰਿਟੀ ਦੀ ਖਾਤਰ ਫੈਸਲਾ ਲਿਆ ਗਿਆ ਅਸਤੀਫਾ ਨਾ ਲੈਣ ਦਾ, ਜਾਂ ਕਿ ਆਪਣੀ ਖਾਤਰ? ਕਿਸ ਗੱਲ ਦਾ ਫੇਲੀਅਰ ਸੀ? ਕਨਸਟੀਟਿਊਸ਼ਨਲ ਰਿਸਪੌਂਸਿਬਿਲਟੀ ਨਿਭਾਉਣ ਦੇ ਵਿੱਚ ਗਲਤੀ ਹੋਈ ਜਾਂ ਸਿਰਫ ਪਰਸਨਲ ਰਿਸਪੌਂਸਿਬਿਲਟੀ ਦੀ ਗੜਬੜ ਸੀ? ਮੈਨੂੰ ਤਾਂ ਬਿਲਕੁਲ ਕਲੀਅਰ ਹੈ ਸਾਰੀ ਗੱਲ ਕਿ ਗਿਆਨੀ ਜ਼ੈਲ ਸਿੰਘ ਆਪਣੀ ਇਮੇਜ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਸੀ ਔਰ ਉਹ ਆਪਣੇ ਮੁਲਕ ਦੇ ਪ੍ਰਧਾਨ ਮੰਤਰੀ ਪ੍ਰੈਜ਼ੀਡੈਂਟ ਬਣੇ ਰਹਿਣਾ ਚਾਹੁੰਦੇ ਸੀ ਔਰ ਉਸ ਤੋਂ ਬਾਅਦ ਜਿਹੜਾ ਮਾਨ ਸਨਮਾਨ ਮਿਲਦਾ ਉਸ ਨੂੰ ਇੰਜੋਏ ਕਰਨਾ ਚਾਹੁੰਦੇ ਸੀ। ਇਸ ਤੋਂ ਇਲਾਵਾ ਹੋਰ ਕੋਈ ਉਹਨਾਂ ਦੇ ਕੋਲੇ ਵਿਕਲਪ ਨਹੀਂ ਸੀ। ਜਿਹੜੇ ਕਹਿੰਦੇ ਨੇ ਕਿ ਸਾਨੂੰ ਪਤਾ ਨਹੀਂ ਸੀ, ਸੁਬਰਾਮਣੀਅਮ ਸਵਾਮੀ ਦਾ ਇੱਕ ਇੰਟਰਵਿਊ ਹੁਣੇ ਹੀ ਛਪਿਆ YouTube ਦੇ ਉੱਤੇ ਵੀ ਤੁਸੀਂ ਦੇਖਿਆ ਹੋਣਾ। ਉਹ ਕਹਿੰਦਾ ਹੈ ਕਿ ਮਈ ਦੇ ਵਿੱਚ ਮੈਂ ਅਪ੍ਰੈਲ ਦੇ ਐਂਡ ਦੇ ਵਿੱਚ ਮਈ ਦੇ ਵਿੱਚ ਮੈਂ ਗਿਆਨੀ ਜ਼ੈਲ ਸਿੰਘ ਨੂੰ ਮਿਲਿਆ ਤੇ ਗਿਆਨੀ ਜ਼ੈਲ ਸਿੰਘ ਨੇ ਮੈਨੂੰ ਕਿਹਾ ਕਿ ਇੰਦਰਾ ਗਾਂਧੀ ਨੂੰ ਸਮਝਾ ਦਰਬਾਰ ਸਾਹਿਬ ਦੇ ਉੱਤੇ ਹਮਲਾ ਨਾ ਕਰੀ। 1982 ਦੇ ਵਿੱਚ ਜਨਰਲ ਸਿਨਹਾ ਕਹਿੰਦਾ ਹੈ ਕਿ ਮੈਨੂੰ ਪਤਾ ਸੀ ਕਿ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰੇਗੀ। 1983 ਦੀ 13 ਅਪ੍ਰੈਲ ਨੂੰ ਮੈਂ ਆਰਟੀਕਲ ਲਿਖਿਆ ਇਲਸਟ੍ਰੇਟਡ ਵੀਕਲੀ ਦੇ ਵਿੱਚ ਉਸ ਵੇਲੇ ਕਿ ਇਹ ਹਮਲਾ ਜ਼ਰੂਰ ਹੋਏਗਾ ਔਰ ਸੰਤ ਜਰਨੈਲ ਸਿੰਘ ਨੂੰ ਮਾਰਨ ਵਾਸਤੇ ਕੀਤਾ ਜਾਏਗਾ। ਸਾਰੀ ਦੁਨੀਆ ਨੂੰ ਪਤਾ ਸੀ, ਇਕੱਲੇ ਗਿਆਨੀ ਜ਼ੈਲ ਸਿੰਘ ਨੂੰ ਜਿਹਦੇ ਕੋਲੇ ਸਾਰੇ ਹਰ ਕਿਸਮ ਦੀ ਖਬਰ ਰਹਿੰਦੀ ਸੀ, ਇਕੱਲੇ ਉਸ ਨੂੰ ਪਤਾ ਨਹੀਂ ਸੀ। ਇਹ ਸਿਰਫ ਉਸ ਨੇ ਆਪਣੇ ਆਪ ਨੂੰ ਮਹਿਫੂਜ਼ ਰੱਖਣ ਵਾਸਤੇ ਔਰ ਆਪਣੇ ਆਪ ਨੂੰ ਵੱਡਾ ਪੈਟਰੀਓਟ ਸਾਬਤ ਕਰਨ ਵਾਸਤੇ ਉਸ ਦਾ ਉਹਨਾਂ ਨੇ ਕੋਈ ਅਹੁਦੇ ਦਾ ਸਤਿਕਾਰ ਨਹੀਂ ਕੀਤਾ, ਕੋਈ ਉਸ ਦੀ ਪਰਸਨੈਲਿਟੀ ਦਾ ਸਤਿਕਾਰ ਨਹੀਂ ਕੀਤਾ। ਸਿਰਫ ਉਸ ਨੂੰ ਇੱਕ ਇਨਸਟਰੂਮੈਂਟ ਦੇ ਤੌਰ ਦੇ ਉੱਤੇ ਉਸ ਜਗ੍ਹਾ ਦੇ ਉੱਤੇ ਰਾਸ਼ਟਰਪਤੀ ਭਵਨ ਦੇ ਵਿੱਚ ਰੱਖਿਆ ਤੇ ਉਹ ਇੱਕ ਵਿਚਾਰਿਆਂ ਵਾਂਗੂ ਉੱਥੇ ਲਾਚਾਰ ਹੋ ਕੇ ਬੈਠਾ ਰਿਹਾ। ਉਹਦੇ ਸਾਹਮਣੇ ਕਤਲੇਆਮ ਹੁੰਦਾ ਰਿਹਾ, ਕੁਝ ਨਹੀਂ। ਜਿਹੜੇ ਫੈਸਲੇ ਹੋਏ ਨੇ ਬ੍ਰਿਗੇਡੀਅਰ ਸਾਹਿਬ, ਉਹ ਸਾਰੇ ਪ੍ਰਧਾਨ ਮੰਤਰੀ ਦੇ ਤੌਰ ਤੇ ਜਾਂ ਇੱਕ ਅਥਾਰਟੀ ਦੇ ਤੌਰ ਤੇ ਹੋਏ ਨੇ। ਕਿਆ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਐਸੇ ਕੋਈ ਚੈੱਕਸ ਨਹੀਂ ਬਾਕੀ ਉਸ ਵੇਲੇ ਰਹਿ ਗਏ ਸਨ ਜਾਂ ਮੌਜੂਦਾ ਸਮੇਂ 'ਚ ਹੈਗੇ ਆ ਕਿ ਕੱਲਾ ਪ੍ਰਧਾਨ ਮੰਤਰੀ ਜਿਹੜਾ ਉਹ ਹੋਲਸੋਲ ਪਾਵਰ ਬਣ ਕੇ ਰਹਿ ਜਾਵੇ ਔਰ ਬਾਕੀ ਸਾਰੇ ਸਿਰਫ ਉਹਦਾ ਆਰਡਰ ਫੋਲੋ ਕਰਨ? ਨਹੀਂ, ਉਹ ਤੇ ਦੇਖੋ ਜੀ, ਐਸੇ ਵੱਡੇ ਫੈਸਲੇ ਤੇ ਪੂਰੀ ਕੈਬਨਿਟ ਕਰਦੀ ਹੈ, ਪਹਿਲੀ ਗੱਲ। ਦੂਜਾ, ਪ੍ਰੈਜ਼ੀਡੈਂਟ ਇਹੋ ਜਿਹੀ ਸਿਚੁਏਸ਼ਨ 'ਚ ਮੈਂ ਇਹਨਾਂ ਨਾਲ ਸਹਿਮਤ ਹਾਂ ਕਿ ਉਸ ਵੇਲੇ ਕੀ ਲੋੜ ਸੀ ਐਡੀ ਕਾਹਲੀ 'ਚ ਉਹਨੂੰ ਰਜੀਮ ਨੂੰ ਪ੍ਰਧਾਨ ਮੰਤਰੀ ਬਣਾਉਣ ਦੀ। ਵੇਟ ਕਰਦੇ ਉੱਥੇ ਪ੍ਰਸ਼ਾਸਨ ਜਿਹੜਾ ਯੂਟੀ, ਉਦੋਂ ਯੂਟੀ ਸੀ ਮੇਰੇ ਖਿਆਲ ਨਾਲ, ਹੁਣ ਵੀ ਯੂਟੀ ਤੇ ਹੁਣ ਉਹਦੇ ਵਿੱਚ ਤੇ ਉਹ ਸਟੇਟ ਵੇ ਪ੍ਰੈਜ਼ੀਡੈਂਟ ਰੂਲ, ਸਟੇਟ ਵੇ ਉੱਥੇ ਕਰਕੇ ਫਿਰ ਪੂਰੇ ਦੇਸ਼ ਸੰਦੇਸ਼ ਜਾਂਦਾ। ਆਰਮੀ ਨੂੰ ਦਿੰਦੇ ਕਿਉਂ ਨਹੀਂ? ਉਸ ਵੇਲੇ ਕਿੱਥੇ ਨਹੀਂ ਸੀ ਆਰਮੀ ਸਮਨ ਕਰਕੇ? ਇਸ ਵਾਸਤੇ ਸੰਵਿਧਾਨ ਕਹਿੰਦਾ ਹੈ ਕਿ ਠੀਕ ਹੈ, ਪ੍ਰੈਜ਼ੀਡੈਂਟ ਇਜ਼ ਏ ਹੈਡ, ਤੇ ਉਹ ਸਾਰਾ ਜਿਹੜਾ ਐਕਸ਼ਨ ਲੈਣਾ ਉਹਨੇ ਇੱਕ ਕੈਬਨਿਟ ਦੀ ਰਿਕਮੈਂਡੇਸ਼ਨ ਲੈਣਾ। ਪਰ ਇਸ ਹਾਲਾਤ ਵੱਖਰੇ ਨੇ ਜਿਹਦੇ ਉਹ ਆਪਣੀ ਤਾਕਤ ਦਾ ਇਸਤੇਮਾਲ ਕਰਦਿਆਂ ਹੋਇਆਂ ਇਹਨੂੰ ਪੈਂਡਿੰਗ ਕਰਦਾ, ਕੈਬਨਿਟ ਉਸ ਵੇਲੇ ਸਸਪੈਂਡ ਕਰਕੇ ਤੇ ਦਿੱਲੀ 'ਚ ਖਾਸ ਤੌਰ ਦੇ ਉੱਤੇ ਇੱਕ ਸਿਚੁਏਸ਼ਨ ਕੰਟਰੋਲ ਕੀਤੀ ਜਾ ਸਕਦੀ ਜਿਸ ਵੇਲੇ ਉਹਦੇ ਪੱਥਰ ਮਾਰੇ। ਕੋਈ ਕਾਹਲੀ ਨਹੀਂ ਸੀ ਜਲਦੀ ਨਾਲ ਉਹਨੂੰ ਸਮਨ ਕਰਕੇ ਉਹਨੂੰ ਪ੍ਰਧਾਨ ਮੰਤਰੀ ਕਸਮ ਚੁਕਾਉਣ ਦੀ। ਇਹ ਕਨਸਟੀਟਿਊਸ਼ਨਲ ਇਹ ਪੁਆਇੰਟ ਬੜਾ ਵੱਡਾ ਹੈਗਾ, ਇਹਦੇ 'ਚ ਉਹਨੂੰ ਐਕਸ਼ਨ ਸੋਚ ਸਮਝ ਕੇ ਕਦਮ ਚੁੱਕਣਾ ਚਾਹੀਦਾ ਸੀ। ਮਗਰ ਉਹਦੇ ਦਿਮਾਗ 'ਚ, ਉਸ ਸਮੇਂ ਪ੍ਰੈਜ਼ੀਡੈਂਟ ਦੇ ਦਿਮਾਗ 'ਚ ਸੀਗਾ ਕਿ ਬਣਾਉਣਾ ਹੀ ਪਰਿਵਾਰਵਾਦ ਨੂੰ ਚਾਲੂ ਰੱਖਣਾ ਹੀ ਰੱਖਣਾ। ਉਸ ਸਾਰੀ ਘਟਨਾ ਦਾ ਇੰਪੈਕਟ ਅਲਟੀਮੇਟਲੀ ਉਹਨਾਂ ਸਿੱਖਾਂ ਦੇ ਉੱਤੇ ਵੀ ਹੋਇਆ ਜਿਹੜੇ ਇਨਸਾਫ ਮੰਗਣ ਦੀ ਕੋਸ਼ਿਸ਼ ਕਰ ਰਹੇ ਸਨ। ਕੋਈ ਐਸਾ ਕਦਮ ਉਦੋਂ ਨਹੀਂ ਚੁੱਕਿਆ ਗਿਆ ਜਿਹੜਾ ਇੱਕ ਸਟਰੋਂਗ ਡਿਮਾਂਡ ਦੇ ਤੌਰ ਤੇ ਉੱਠਦਾ, ਸ਼ਾਇਦ ਉਸੇ ਕਰਕੇ 30 ਸਾਲ ਬੀਤ ਗਏ। ਉਹਦਾ ਫੌਜ ਦੇ ਉੱਤੇ ਵੀ ਅਸਰ ਹੋਇਆ, ਜਿਹੜੇ ਚੰਗੇ ਉਹ ਚੌਧਿਆਂ ਵਾਲੇ ਸੀਗੇ ਉੱਥੇ ਫੌਜ ਦੇ ਸਿੱਖ ਅਫਸਰਾਂ ਨੂੰ ਨਹੀਂ ਸੀ ਲਾਇਆ ਜਾ ਰਿਹਾ। MS ਬ੍ਰਾਂਚ ਇਹੋ ਜਿਹੇ ਅਫਸਰ ਭੇਜੇ ਗਏ ਕਿ ਇਹਨਾਂ ਨੂੰ ਚੰਗੀ ਪੋਸਟ ਨਾ ਦਿੱਤੀ ਜਾਏ। ਇਹ ਤਾਂ ਸਾਡੇ ਵਰਗੇ ਕੋਈ ਬਚ ਨਿਕਲ ਗਿਆ, ਕੋਈ ਉੱਤੇ ਬਣ ਗਿਆ ਤੇ ਕੋਈ ਵੱਖਰੀ ਗੱਲ ਹੈ। ਉਹਦਾ ਅਸਰ ਪ੍ਰਭਾਵ ਤੇ ਸਾਰਿਆਂ ਤੇ ਪਿਆ। ਅਫਸਰ ਯੂਨਿਟਾਂ ਇਹਨਾਂ ਨੇ ਡਿਸਬੈਂਡ ਕਰ ਦਿੱਤੀਆਂ, ਉਹ ਹਾਲੇ ਤੱਕ ਨਹੀਂ ਖੜੀ। 9 ਸਿੱਖ ਪਲਟਨ ਹੈ, ਉਹ ਠੀਕ ਹੈ, ਉਦੋਂ ਬਾਅਦ ਉਹਦੀ ਆਇਡੈਂਟੀਟੀ ਬਰਕਰਾਰ ਰੱਖਣੀ ਚਾਹੀਦੀ ਹੈ। ਉਸ ਵੇਲੇ ਹਾਲਾਤ ਇਹੋ ਜਿਹੇ ਸਨ, ਨਾਲੇ ਕੁਝ ਉਹਨਾਂ ਨੂੰ ਬਾਹਰੋਂ ਵੀ ਥੋੜ੍ਹਾ ਜਿਹਾ ਕੋਈ ਸੰਦੇਸ਼ ਆਇਆ ਕਿ ਛੱਡ ਦਿਓ ਫੌਜਾਂ, ਆਪਣੇ ਬੈਰਕਾਂ ਛੱਡ ਦਿਓ। ਮਗਰ ਉਹਦਾ ਅਸਰ ਮੈਂ ਕਹਿਣ ਡਿਆ, ਤੁਸੀਂ ਦੱਸਣਾ ਕਿ ਉਹਦਾ ਅਸਰ ਤੇ ਸਿੱਖ ਕਮਿਊਨਿਟੀ ਤੇ ਹੋਇਆ ਹੀ ਹੋਇਆ। ਪਰ ਰਿਕਾਰਡ ਤੇ ਵੀ ਕਹਿੰਦੇ ਨੇ ਕਿ ਸੈਮ ਰਕਸ਼ਾ ਸਾਹਿਬ ਨੇ ਇੱਥੋਂ ਤੱਕ ਇੰਦਰਾ ਗਾਂਧੀ ਨੂੰ ਔਰ ਬਾਅਦ ਦੇ ਵਿੱਚ ਰਾਜੀਵ ਗਾਂਧੀ ਨੂੰ ਰეკਮੈਂਡ ਕੀਤਾ ਸੀ ਕਿ ਇਹਨਾਂ ਨੂੰ ਸਿਰਫ ਥੋੜੀ ਜਿਹੀ ਸਜ਼ਾ ਦੇ ਕੇ ਵਾਪਸ ਆਉਣ ਦਿਓ ਜਿਹੜੇ ਫੌਜੀ ਗਲਤੀ ਨਾਲ ਭਗੌੜੇ ਹੋ ਗਏ ਨੇ, ਪਰ ਉਹ ਵੀ ਸ਼ਾਇਦ ਨਹੀਂ ਮੰਨਿਆ ਗਿਆ। ਉਹਦੇ ਵਿੱਚੋਂ ਇਸ ਤਰ੍ਹਾਂ ਸੀਗਾ ਪੂਰੇ ਕਿ ਕੁਛ ਤੇ ਜਿਹੜੇ ਸੀਗੇ ਭਗੌੜੇ ਜਿਸ ਵੇਲੇ ਹੋਏ ਤੇ ਜਿਹੜੇ 'ਚ ਕੁਛ ਜਿੱਥੇ ਫਾਇਰਿੰਗ ਹੋਈ, ਕੁਛ ਤੇ ਉਹਨਾਂ ਦੇ ਕੇਸ ਉਹਨਾਂ ਨੇ ਵਾਪਸ ਲੈ ਲਏ। ਬਹੁਤ ਸਾਰੇ ਉਹਨਾਂ ਨੂੰ ਵਾਪਸ ਬੁਲਾ ਲਿਆ ਪਲਟਨਾਂ 'ਚ ਜੀ। ਕਈਆਂ ਦੇ ਕੇਸ ਚੱਲੇ ਔਰ ਕੇਸ ਦੀ ਜਿਹੜੀ ਮੈਂ ਕਹਿਣਾ ਕਿ ਇੱਕ ਕਿਸਮ ਦੀ ਵਕਾਲਤ ਕੀਤੀ ਉਹ ਜਨਰਲ ਹਰਬਖਸ਼ ਸਿੰਘ ਨੇ ਜਾ ਕੇ ਉੱਥੇ ਜਿਹੜੇ ਕਿ ਕਰਨਲ ਆਫ ਦੀ ਸਿੱਖ ਰੈਜੀਮੈਂਟ ਰਹਿ ਚੁੱਕੇ ਸੀ ਉਦੋਂ ਵੀ ਸੀਗੇ।
ਜੀ। ਉਹਨਾਂ ਨੇ ਜਾ ਕੇ ਕਿਹਾ ਕਿ ਇਹਨਾਂ ਦੇ ਖਿਲਾਫ ਇਹ ਕਾਰਵਾਈ ਕਰਨੀ ਨਹੀਂ ਬੰਦੀ, ਕਈ ਆਰਗੂਮੈਂਟ ਦਿੱਤੀਆਂ ਗਈਆਂ ਜੀ। ਇਹ 'ਚ ਕੋਈ ਸ਼ੱਕ ਨਹੀਂ ਕਿ ਉਸ ਵੇਲੇ ਕੁਛ ਇੱਕ ਹੋਏ, ਮਗਰ ਕੁਛ ਇੱਕ ਜਿਹੜੇ ਆ ਗਏ ਉਹਨਾਂ ਦੇ ਹਾਲ ਤਾਂ ਬੁਰੇ ਹੋ ਗਏ। ਧਰਮਵੀਰ ਫੌਜੀ ਕਹਿੰਦੇ ਆ ਅਸੀਂ ਉਹਨਾਂ ਨੂੰ, ਜੀ। ਉਹਨਾਂ ਦੀ ਰੀਹੈਬਿਲਿਟੇਸ਼ਨ ਚੰਗੇ ਤਰੀਕੇ ਨਾਲ ਨਹੀਂ ਹੋ ਸਕੀ। ਡਾਕਟਰ ਚੀਮਾ ਦਾ ਕਮੈਂਟ ਮੈਂ ਜ਼ਰੂਰ ਚਾਹੂੰਗਾ, ਪਰ ਪਹਿਲਾਂ ਗੁਰਤੇਜ ਸਿੰਘ ਜੀ ਕੁਝ ਐਡ ਕਰਨਾ ਚਾਹੁੰਦੇ ਨੇ। ਗੱਲ ਇਹ ਹੈ ਕਿ ਉਸ ਤੋਂ ਬਾਅਦ ਦਾ ਕਿਰਦਾਰ ਕੀ ਕਹਿੰਦਾ ਹੈ। ਜੀ ਜਿਸ ਵੇਲੇ ਲੋਕ ਲੈ ਕੇ ਜਾਂਦੇ ਨੇ ਦਰਬਾਰ ਸਾਹਿਬ ਆਉਂਦੇ ਗਿਆਨੀ ਜ਼ੈਲ ਸਿੰਘ, ਔਰ ਉਹ ਦੇਖਦੇ ਆ ਕਿ ਰੁਮਾਲੇ ਤੱਕ ਲੁੱਟ ਲਏ ਗਏ ਨੇ, ਤੋਸ਼ਾਖਾਨਾ ਲੁੱਟ ਲਿਆ ਗਿਆ ਹੈ, ਉਹਨਾਂ ਨੂੰ ਉਸ ਵੇਲੇ ਕਿਉਂ ਨਹੀਂ ਉਹਨਾਂ ਨੇ ਫੌਜ ਦੇ ਬਰਖਲਾਫ ਇੱਕ ਕੋਰਟ ਮਾਰਸ਼ਲ ਆਰਡਰ ਕੀਤਾ ਕਿ ਜਿਨ੍ਹਾਂ ਲੋਕਾਂ ਨੇ ਲੁੱਟਮਾਰ ਕੀਤੀ ਆ ਉਹਨਾਂ ਦੇ ਨਾਲ ਇਸ ਤਰ੍ਹਾਂ ਨਾਲ ਉਹਨਾਂ ਦੀ ਟ੍ਰਾਇਲ ਹੋਣੀ ਚਾਹੀਦੀ ਹੈ। ਹਰਬੀਰ ਭੰਵਰ ਕਹਿੰਦਾ ਹੈ ਕਿ ਸਾਡੇ ਉੱਥੇ ਕੁਆਟਰ ਸੀਗੇ ਨੇੜੇ ਨੇੜੇ ਦਰਬਾਰ ਸਾਹਿਬ ਦੇ ਪ੍ਰਕਰਮਾਂ ਦੇ ਵਿੱਚ, ਉਹ ਸਾਰਾ ਸਮਾਨ ਉੱਥੋਂ ਲੁੱਟ ਲਿਆ ਗਿਆ। ਦਰਬਾਰ ਸਾਹਿਬ ਦਾ ਤੋਸ਼ਾਖਾਨਾ ਲੁੱਟ ਲਿਆ ਗਿਆ, ਜਿਹੜੀ ਇੱਕ ਉੱਥੇ ਨਾਇਆਬ ਚਾਂਦਨੀ ਸੀ 200 ਸਾਲ ਪੁਰਾਣੀ, ਉਸ ਨੂੰ ਸਾੜ ਦਿੱਤਾ ਗਿਆ। ਉਸ ਦੇ ਬਾਰੇ ਗਿਆਨੀ ਜ਼ੈਲ ਸਿੰਘ ਨੇ ਕਿਉਂ, ਕਮਾਂਡਰ ਇਨ ਚੀਫ ਸੀਗਾ ਜਾਂ ਆਮ ਆਦਮੀ ਵੀ ਲਿਖ ਕੇ ਕਹਿ ਸਕਦਾ ਸੀ। ਭਗਤ ਪੂਰਨ ਸਿੰਘ ਨੇ ਚਿੱਠੀ ਲਿਖੀ ਕਿ ਮੈਨੂੰ ਪਤਾ ਲੱਗਿਆ ਰਿਲਾਇਬਲ ਸੋਰਸਿਸ ਤੋਂ, ਮੇਰੇ ਫਲਾਣੇ ਨੇ ਦੱਸਿਆ ਕਿ ਇੱਥੇ ਔਰਤਾਂ ਦਾ ਰੇਪ ਹੋਇਆ। ਜੀ ਉੱਥੇ ਬੱਚਿਆਂ ਨੂੰ ਕੈਦ ਕੀਤਾ ਗਿਆ। ਚਟੋਪਾਧਿਆਏ ਨੇ ਤਾਂ ਜਾ ਕੇ ਅਦਾਲਤ ਦੇ ਵਿੱਚ ਅਰਜ਼ੀ ਪਾਈ ਸੁਪਰੀਮ ਕੋਰਟ ਦੇ ਵਿੱਚ, ਔਰ ਉਹਨਾਂ ਨੇ ਬੱਚਿਆਂ ਨੂੰ ਬਾਹਰ ਕੱਢਿਆ। ਗਿਆਨੀ ਜ਼ੈਲ ਸਿੰਘ ਨੂੰ ਇਹ ਅਰਜ਼ੀ ਨਹੀਂ ਸੀ ਦੇਖੀ। ਗਿਆਨੀ ਜ਼ੈਲ ਸਿੰਘ ਅਖਬਾਰ ਨਹੀਂ ਸੀ ਦੇਖਦਾ। ਕਿਸੇ ਵੇਲੇ ਵੀ ਉਸ ਦਾ ਕਿਰਦਾਰ ਇਸ ਤਰ੍ਹਾਂ ਦਾ ਨਹੀਂ ਸੀ ਕਿ ਉਹ ਸਿੱਖਾਂ ਦੀ ਮਦਦ ਕਰਨਾ ਚਾਹੁੰਦਾ ਸੀ, ਤੇ ਜਿਹੜਾ ਆਪਣੀ ਉਸਨੇ ਓਥ ਲਈ ਸੀ ਸਾਰਿਆਂ ਨੂੰ ਬਰਾਬਰ ਸਮਝਣ ਦੀ, ਉਸ ਦੇ ਉੱਤੇ ਚੱਲਣਾ ਚਾਹੁੰਦਾ ਡਾਕਟਰ ਸੀ। ਚੀਮਾ, ਤੁਹਾਡੇ ਤੋਂ ਮੈਂ ਜਾਣਨਾ ਚਾਹੁੰਦਾ ਇਸ ਪੂਰੇ ਹਾਲਾਤ ਦੇ ਵਿੱਚ ਤੁਹਾਨੂੰ ਕੀ ਮਹਿਸੂਸ ਹੁੰਦਾ ਹੈ? ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਆਪਸੀ ਰਿਸ਼ਤਿਆਂ ਨੂੰ ਰਿਵਿਊ ਕਰਨ ਦੀ ਲੋੜ ਹੈ ਮੌਜੂਦਾ ਕਨਸਟੀਟਿਊਸ਼ਨ ਦੇ ਤਾਕਤਾਂ ਦੇ ਨਜ਼ਰ ਦੇ ਵਿੱਚ, ਜਾਂ ਇਹ ਸਿਰਫ ਔਰ ਸਿਰਫ ਗਿਆਨੀ ਜ਼ੈਲ ਸਿੰਘ ਤੱਕ ਮਹਦੂਦ ਹੈ ਇਹ ਪੂਰਾ ਮਸਲਾ? ਦੇਖੋ, ਗੱਲ ਇਹ ਹੈ ਕਿ ਸਹੀ ਬਣਨੇ ਦੇ ਵਿੱਚ ਅਸੀਂ ਤੇ ਬਹੁਤ ਵਾਰੀ ਪਾਰਟੀ ਵੱਲੋਂ ਵੀ ਇਸ ਗੱਲ ਦੀ ਗੱਲ ਕੀਤੀ ਹੈ ਕਿ ਜਿੰਨੀ ਦੇਰ ਤੱਕ ਤੁਸੀਂ ਹਿੰਦੁਸਤਾਨ ਦੇ ਵਿੱਚ ਟਰੂ ਫਾਰਮ ਦੇ ਵਿੱਚ ਫੈਡਰਲਿਜ਼ਮ ਲਾਗੂ ਨਹੀਂ ਕਰਦੇ ਜੀ, ਉਨੀ ਦੇਰ ਤੱਕ ਇਹ ਸਿਸਟਮ ਜਿਹੜਾ ਦੇਸ਼ ਵਾਸਤੇ ਖਤਰਨਾਕ ਹੀ ਖਤਰਨਾਕ ਜੀ। ਜਿਹੜੀ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਅਸੀਂ ਸ਼ੁਰੂ ਤੋਂ ਕਰਦੇ ਹਾਂ। ਜੀ। ਇਹੀ ਕਾਰਨ ਹੈ ਕਿ ਜਦੋਂ ਪ੍ਰਧਾਨ ਮੰਤਰੀ ਦੇ ਹੱਥ ਦੇ ਵਿੱਚ ਆਪਾਂ ਦੇਖ ਲਿਆ ਕਿ ਜਦੋਂ ਸ਼ਕਤੀ ਸਾਰੀ ਕੇਂਦਰਿਤ ਹੋ ਜਾਂਦੀ ਹੈ ਤੇ ਕਿੱਡਾ ਵੱਡਾ ਵਿਨਾਸ਼ ਉਹ ਦੇਸ਼ ਦਾ ਆਪਣੀ ਛੋਟੀ ਜਿਹੀ ਨਾਰਾਜ਼ਗੀ ਦੇ ਨਾਲ ਕਰ ਸਕਦਾ ਕਿ ਉੱਥੇ ਤੁਹਾਡਾ ਰਾਸ਼ਟਰਪਤੀ ਵੀ ਬੇਵਸ ਹੋਇਆ ਤੁਹਾਡੇ ਸਾਹਮਣੇ ਨਜ਼ਰ ਆਉਂਦਾ, ਤੁਹਾਡੀਆਂ ਫੌਜਾਂ ਵੀ ਉਸ ਵੇਲੇ ਬੇਵਸ ਹੋਈਆਂ ਨਜ਼ਰ ਆਉਂਦੀਆਂ, ਤੁਹਾਡੀ ਬਿਊਰੋਕ੍ਰੇਸੀ ਵੀ ਦੇਸ਼ ਦੀ ਜਿਹੜੀ ਆ ਉਸ ਸਿਸਟਮ ਦੇ ਸਾਹਮਣੇ ਬੇਵਸ ਨਜ਼ਰ ਹੋਈ ਹੈ। ਇਹਦੇ ਕਰਕੇ ਸੂਬਿਆਂ ਨੂੰ ਨਾਲ ਬਰਾਬਰ ਦੇ ਮਜ਼ਬੂਤ ਕਰਕੇ ਰੱਖਣਾ ਬਹੁਤ ਵੱਡੀ ਲੋੜ ਆ। ਜਦੋਂ ਅਸੀਂ ਇਹ ਮੰਗ ਉਠਾਈ ਸੀ ਉਦੋਂ ਉਹਨਾਂ ਨੇ ਇਸ ਮੰਗ ਦਾ ਜਿਹੜਾ ਬਹੁਤ ਭੰਡੀ ਪ੍ਰਚਾਰ ਕਰਕੇ ਵੱਖਵੱਦੀ ਕਹਿ ਕੇ ਇਹਨਾਂ ਨੂੰ ਕਈ ਤਰੀਕਿਆਂ ਦੇ ਨਾਲ ਸਿੱਖ ਕੌਮ ਸਾਰੀ ਨੂੰ ਭੰਡਣ ਦੀ ਕੋਸ਼ਿਸ਼ ਕੀਤੀ ਸੀ। ਪਰ ਅਸਲੀਅਤ ਹੈ ਕਿ ਸੈਂਟਰ ਸਟੇਟ ਰਿਲੇਸ਼ਨਸ ਰਿਵਿਊ ਹੋਣੇ ਚਾਹੀਦੇ। ਪਰ ਅੱਜ ਵੀ ਉਲਟੀ ਕੋਸ਼ਿਸ਼ ਹੁੰਦੀ ਹੈ। ਅੱਜ ਵੀ ਕੋਸ਼ਿਸ਼ ਹਾਲੇ ਹੋਰ ਅੱਗੇ ਹੈ ਕਿ ਚਾਹੇ ਕਦੀ NCTC ਬਣਾਉਣਾ, ਕਦੀ ਕੋਈ ਹੋਰ ਇਸ ਤਰ੍ਹਾਂ ਦੀਆਂ ਏਜੰਸੀਆਂ ਬਣਾਉਣੀਆਂ, ਆਪਣੇ ਹੱਥ ਦੇ ਵਿੱਚ ਪ੍ਰਾਈਮ ਮਿਨਿਸਟਰਾਂ ਦੀ, ਹੋਮ ਮਿਨਿਸਟਰਾਂ ਦੀ ਦੇਸ਼ ਦੀ ਸ਼ਕਤੀ ਨੂੰ ਕਾਬਜ਼ ਕਰਕੇ ਰੱਖਣਾ, ਇਹ ਹੋਰ ਸਗੋਂ ਉਲਟੀ ਵੱਧ ਰਹੀ ਹੈ। ਆਲ ਪਾਵਰਫੁਲ ਹੋ ਜਾਣਾ ਪ੍ਰਧਾਨ ਮੰਤਰੀ ਦਾ ਯਕੀਨਨ ਬਹੁਤ ਖਤਰਨਾਕ, ਇੱਕੋ ਅਹੁਦੇ ਦਾ ਖਤਰਨਾਕ, ਤਾਕਤਵਰ ਹੋ ਜਾਣਾ ਖਤਰਨਾਕ ਮੰਨਿਆ ਜਾਂਦਾ ਹੈ। ਔਰ ਇਸ ਪੂਰੇ ਵਰਤਾਰੇ ਦਾ ਜਿੱਥੇ ਇੱਕ ਰਾਸ਼ਟਰਪਤੀ ਮਜਬੂਰ ਹੋ ਗਿਆ ਜਾਂ ਮਜਬੂਰ ਮਹਿਸੂਸ ਕਰ ਰਿਹਾ ਸੀ ਜਾਂ ਮਜਬੂਰ ਰਹਿ ਰਿਹਾ ਸੀ ਬਣ ਕੇ, ਉਸ ਹਾਲਾਤ ਦਾ ਇਸ ਪੂਰੇ ਕਾਂਡ ਦੀ ਇਨਸਾਫ ਪ੍ਰਕਿਰਿਆ ਦੇ ਉੱਤੇ ਕਿੰਨਾ ਅਸਰ ਪਿਆ, ਉਸ ਮੁੱਦੇ ਤੇ ਅਸੀਂ ਵਾਪਸ ਆਵਾਂਗੇ। 1984 ਦੇ ਮਾਮਲੇ ਦੇ ਵਿੱਚ ਜਦੋਂ ਇਨਸਾਫ ਮਿਲਣਾ ਡਿਲੇ ਹੁੰਦਾ ਜਾ ਰਿਹਾ ਹੁਣ ਤੱਕ, ਉਹ ਕਿੰਨਾ ਕੁ ਅਸਰ ਉਸ ਪੂਰੇ ਹਾਲਾਤ ਦਾ ਵੀ ਪਿਆ, ਇਹਦੇ ਤੇ ਵਾਪਸ ਆਵਾਂਗੇ। ਛੋਟੇ ਜਿਹੇ ਵਕਫੇ ਦੇ ਲਈ ਰੁਕਦੇ ਹਾਂ, PDC ਨਿਊਜ਼ ਤੇ ਇਸ ਚਰਚਾ ਦੇ ਵਿੱਚ ਮੁੜਾਂਗੇ। ਬ੍ਰੇਕ ਤੋਂ ਬਾਅਦ ਚਰਚਾ ਜਾਰੀ ਹੈ ਔਰ ਸਵਾਲ ਇਹ ਹੈ ਕਿ ਜਿਹੜੇ ਪੀੜਤ ਅੱਜ 30 ਸਾਲ ਬਾਅਦ ਵੀ ਇਨਸਾਫ ਉਡੀਕ ਰਹੇ ਨੇ ਔਰ ਜਿਹੜੇ ਉਹ ਲੀਡਰ ਹਾਲੇ ਤੱਕ ਇੱਕ ਮੁੱਖ ਪਾਰਟੀ ਦੇ ਵਿੱਚ ਮੌਜੂਦ ਨੇ, ਅਹੁਦੇ ਲੈ ਰਹੇ ਨੇ, ਮੰਤਰੀ ਬਣ ਚੁੱਕੇ ਨੇ, ਮੰਤਰੀਆਂ ਦੇ ਅਹੁਦਿਆਂ ਦੇ ਉੱਤੇ ਰਹਿ ਚੁੱਕੇ ਨੇ, ਦੁਬਾਰਾ ਵੀ ਟਿਕਟਾਂ ਦੀ ਉਮੀਦ ਦੇ ਵਿੱਚ ਨੇ, ਉਹਨਾਂ ਲੀਡਰਾਂ ਦਾ ਨਾਮ ਤੱਕ ਜ਼ਾਹਰ ਕਿਉਂ ਨਹੀਂ ਕੀਤਾ ਗਿਆ ਉਦੋਂ ਜਦੋਂ ਰਾਹੁਲ ਗਾਂਧੀ ਖੁਦ ਮੰਨ ਚੁੱਕੇ ਨੇ ਕਿ ਕੁਝ ਉਹਨਾਂ ਦੀ ਆਪਣੀ ਪਾਰਟੀ ਦੇ ਲੀਡਰ ਇਨਵੋਲਵ ਸੀ ਇਸ ਸਾਰੀ ਪ੍ਰਕਿਰਿਆ ਦੇ ਵਿੱਚ। ਇਹ ਕੁਝ ਸਵਾਲ ਨੇ ਜਿਹੜੇ ਹਾਲੇ ਬਾਕੀ ਨੇ। ਇਸ ਚਰਚਾ ਦੇ ਹਿੱਸੇ ਦੇ ਵਿੱਚ ਅਸੀਂ ਹੁਣ ਇਹਨਾਂ ਸਵਾਲਾਂ ਵੱਲ ਜਾਵਾਂਗੇ। ਕਰਨੈਲ ਸਿੰਘ ਪੀਰ ਮੁਹੰਮਦ ਹੋਰਾਂ ਕੋਲ ਜਾਣਾ ਚਾਹਾਂਗੇ। ਕਰਨੈਲ ਜੀ, ਤੁਹਾਨੂੰ ਲੱਗਦਾ ਹੈ ਕਿ ਜਿਹੜੀ ਅਸੀਂ ਪੂਰੀ ਦੀ ਪੂਰੀ ਗੱਲ ਕਰਦੇ ਹਾਂ, ਜਦੋਂ ਸਿੱਖ ਭਾਈਚਾਰੇ ਨੂੰ ਇੱਕ ਵੱਖਰਾ ਜਿਹਾ ਕਰਕੇ ਰੱਖ ਦਿੱਤਾ ਗਿਆ, ਨਫ਼ਰਤ ਦਾ ਸ਼ਿਕਾਰ ਹੋ ਗਿਆ ਔਰ ਖੁਦ ਵੀ ਲੋਕ ਐਲੀਨੇਟ ਹੋਇਆ ਮਹਿਸੂਸ ਕਰਨ ਲੱਗੇ, ਤਾਂ ਉਸ ਸਾਰੇ ਹਾਲਾਤ ਦਾ ਅਸਰ ਮੁੜ ਕੇ ਇਨਸਾਫ ਪ੍ਰਕਿਰਿਆ ਦੇ ਉੱਤੇ ਵੀ ਹੋਇਆ? ਸਾਡੇ ਕੋਲ 10 ਕਮਿਸ਼ਨ ਬਣ ਚੁੱਕੇ ਨੇ, 3 ਕਮੇਟੀਆਂ ਬਣ ਚੁੱਕੀਆਂ ਨੇ, ਸਭ ਕੁਝ ਹੋਣ ਦੇ ਬਾਵਜੂਦ ਨਾ ਤਾਂ ਸਬੂਤ ਕਿਤੇ ਇਸਤੇਮਾਲ ਹੋਏ ਨੇ, ਨਾ ਗਵਾਹਾਂ ਦੀ ਚੰਗੀ ਤਰ੍ਹਾਂ ਗਵਾਹੀ ਲਈ ਗਈ ਆ, ਤੇ ਨਾ ਹੀ ਉਹ ਫਾਈਲਾਂ ਲੱਭਦੀਆਂ ਨੇ ਜਿਹੜੀਆਂ ਜ਼ਰੂਰੀ ਨੇ। ਸਰਕਾਰ ਨੇ ਆਪ ਮੰਨਿਆ ਕਿ 2733 ਜਿਹੜੇ ਆ ਲੋਕ ਉਹ ਇਕੱਲੇ ਦਿੱਲੀ ਦੇ ਵਿੱਚ ਸਿੱਖ ਜਿਹੜੇ ਆ ਉਹ ਮਾਰੇ ਗਏ।
ਔਰ ਉਸ ਦੇ ਉੱਪਰ ਕਮਿਸ਼ਨ ਬੈਠੇ, 10 ਕਮਿਸ਼ਨ ਬੈਠੇ, ਇਨਕੁਆਇਰੀ ਕਮੇਟੀਆਂ ਬੈਠੀਆਂ। ਮਰਵਾਹਾ ਸਾਹਿਬ ਨੇ ਤੁਹਾਨੂੰ ਬੜੀ ਡਿਟੇਲ ਦੇ ਵਿੱਚ ਟੀਵੀ ਚੈਨਲਾਂ ਦੇ ਉੱਤੇ ਪਬਲਿਕਲੀ ਗੱਲ ਕਹਿ ਦਿੱਤੀ ਹੈ ਕਿ ਉਸ ਵੇਲੇ ਕੀ ਰੋਲ ਸੀ ਹੈਗਾ। ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਅੱਜ ਜਿਹੜੇ ਡਾਕਟਰ ਮਨਮੋਹਨ ਸਿੰਘ ਉਹਨਾਂ ਦੀ ਵਜ਼ਾਰਤ ਦੇ ਵਿੱਚ ਕਿੰਨੇ ਕਾਤਲ ਬੈਠੇ ਨੇ। ਕਮਲਨਾਥ ਜਿਹੜਾ ਉਹ ਸਿੱਖਾਂ ਦਾ ਇੱਕ, ਉਸਨੇ ਆਪ ਨਾਨਾਵਤੀ ਕਮਿਸ਼ਨ ਦੇ ਕੋਲ ਮੰਨਿਆ ਕਿ ਮੈਂ ਉੱਥੇ ਗਿਆ ਸੀ ਗੁਰਦੁਆਰਾ ਰਕਾਬਗੰਜ ਜਿੱਥੇ 2 ਸਿੱਖਾਂ ਨੂੰ ਜਿੰਦਾ ਜਲਾਇਆ ਗਿਆ। ਔਰ ਜਗਦੀਸ਼ ਟਾਈਟਲਰ, ਸੱਜਣ ਕੁਮਾਰ, ਅਸੀਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਇੱਕ ਲਿਸਟ ਜਾਰੀ ਕੀਤੀ 18 ਉਹਨਾਂ ਕਾਂਗਰਸੀਆਂ ਦੇ ਨਾਮ ਜਿਹੜੇ ਜਿਨ੍ਹਾਂ ਦਾ ਕੱਦ ਸੀ, ਜਿਹੜੇ ਕੋਈ ਮੈਂਬਰ ਪਾਰਲੀਮੈਂਟ ਸੀ ਜਾਂ ਵੱਖ-ਵੱਖ ਅਹੁਦਿਆਂ ਦੇ ਉੱਤੇ ਬੈਠੇ ਸੀ। 177 ਉਹਨਾਂ ਲੋਕਾਂ ਦੀ ਲਿਸਟ ਅਸੀਂ ਜਾਰੀ ਕੀਤੀ ਹੈ ਜਿਸ ਦੇ ਵਿੱਚ ਬਲਾਕ ਪੱਧਰ ਦੇ ਕਾਂਗਰਸੀ ਆਗੂ ਸੀ, ਬਕਾਇਦਾ ਆਇਡੈਂਟੀਫਾਈ ਕੀਤੇ ਆ, ਅੰਕੜੇ ਇਕੱਠੇ ਕੀਤੇ ਆ। ਅੱਜ ਵੀ ਪੀੜਤ ਪਰਿਵਾਰ ਉਹਨਾਂ ਦੇ ਉੱਪਰ ਉਹਨਾਂ ਨੂੰ ਪਹਿਚਾਣਦੇ ਨੇ। ਸੋ ਇੰਨਾ ਕੁਝ ਵਾਪਰਨ ਦੇ ਬਾਵਜੂਦ ਉਹਨਾਂ ਨੂੰ ਵਜ਼ਾਰਤ ਦੇ ਵਿੱਚੋਂ ਕੱਢਿਆ ਨਹੀਂ ਜਾ ਰਿਹਾ। ਰਾਹੁਲ ਗਾਂਧੀ ਇਹ ਗੱਲ ਕਹਿੰਦੇ ਨੇ ਕਿ ਕੁਛ ਲੀਡਰ ਸੀ। ਸੋ ਮੇਰੀ ਤਾਂ, ਮੈਂ ਬੈਠੇ ਨੇ ਡਾਕਟਰ ਚੀਮਾ ਸਾਹਿਬ, ਮੈਂ ਇਹਨਾਂ ਨੂੰ ਵੀ ਗੱਲ ਕਹਾਂਗਾ ਕਿ ਤੁਸੀਂ ਰਾਹੁਲ ਗਾਂਧੀ ਕੋਲ ਵਾਰ-ਵਾਰ ਪੁੱਛਣ ਦੀ ਕੀ ਲੋੜ ਹੈ। ਸਾਰੀ ਦੁਨੀਆ ਨੂੰ ਪਤਾ ਹੈ ਕਿ ਸਿੱਖਾਂ ਦੇ ਕਾਤਲ ਕੌਣ ਨੇ। ਉਹਨਾਂ ਦੇ ਵਿੱਚ ਜਿਹੜੇ ਲੋਕ ਕਾਤਲ ਨੇ, ਜਗਦੀਸ਼ ਟਾਈਟਲਰ ਹੈ, ਸੱਜਣ ਕੁਮਾਰ ਹੈ, ਕਮਲਨਾਥ ਹੈ, ਅਨੇਕਾਂ ਹੋਰ ਨੇ, ਉਹਨਾਂ ਦੇ ਬਾਰੇ ਮੰਗ ਇਹ ਕੀਤੀ ਜਾਣੀ ਚਾਹੀਦੀ ਹੈ, ਪ੍ਰੈਸ਼ਰ ਇਹ ਪਾਇਆ ਜਾਣਾ ਚਾਹੀਦਾ ਹੈ, ਇਹ ਸਾਰੇ ਆਪਣੇ ਇੱਕ ਉਹਨਾਂ ਦਾ ਘਿਰਾਓ ਕੀਤਾ ਜਾਵੇ, ਪਾਰਲੀਮੈਂਟ ਦਾ ਘਿਰਾਓ ਕੀਤਾ ਜਾਵੇ, ਰਾਜ ਸਭਾ ਦਾ ਘਿਰਾਓ ਕੀਤਾ ਜਾਵੇ, ਪ੍ਰਧਾਨ ਮੰਤਰੀ ਦਾ ਘਿਰਾਓ ਕੀਤਾ ਜਾਵੇ, ਆਪਣੀ ਸੋਨੀਆ ਗਾਂਧੀ ਦਾ ਘਿਰਾਓ ਕੀਤਾ ਜਾਵੇ ਕਿ ਜਿੰਨੀ ਦੇਰ ਤੱਕ ਇਹਨਾਂ ਕਾਤਲਾਂ ਨੂੰ ਤੁਸੀਂ ਪਾਰਟੀ ਦੇ ਵਿੱਚੋਂ ਬਾਹਰ ਨਹੀਂ ਕੱਢਦੇ, ਉਹਨਾਂ ਨੂੰ ਸਜ਼ਾਵਾਂ ਨਹੀਂ ਦਿੰਦੇ, ਟਰੁੱਥ ਕਮਿਸ਼ਨ ਜਿਹੜਾ ਉਹ ਨਹੀਂ ਬਿਠਾਉਂਦੇ, ਉਨੀ ਦੇਰ ਤੱਕ ਕੋਈ ਕਾਰਵਾਈ ਨਹੀਂ। ਅਫਰੀਕਾ ਦੇ ਵਿੱਚ ਕੀ ਹੋਇਆ, ਬਕਾਇਦਾ ਇੱਕ ਸੂਮੋਟੋ ਜਿਵੇਂ ਇੱਥੇ ਲਿਆ ਜਾਂਦਾ ਉਹੋ ਜੀ ਕਾਰਵਾਈ ਹੋਵੇ। ਅੱਜ ਤੁਸੀਂ 30 ਸਾਲਾਂ ਬਾਅਦ ਇੱਕੋ ਆਸ ਇਹ ਰੱਖੀਏ ਕਿ ਕੋਈ ਆਪਣੇ ਆਪ ਕੁਝ ਹੋ ਘਰਾਓ ਤਾਂ ਲਗਾਤਾਰ ਅਸੀਂ ਹੁੰਦੇ ਵੇਖਦੇ ਆ ਰਹੇ ਹਾਂ। ਰਾਹੁਲ ਗਾਂਧੀ ਦੇ ਘਰ ਦਾ ਘਰਾਓ ਬੀਤੇ ਦਿਨ ਵੀ ਹੋਇਆ। ਸਵਾਲ ਮੈਂ ਜ਼ਰੂਰ ਇਹ ਜਾਣਨਾ ਚਾਹੁੰਦਾ ਡਾਕਟਰ ਚੀਮਾ ਤੁਹਾਡੇ ਕੋਲੋਂ ਕਿ ਜਦੋਂ ਅਸੀਂ ਗੱਲ ਕਰਦੇ ਹਾਂ ਇਸ ਪੂਰੇ ਹਾਲਾਤ ਦੇ ਵਿੱਚ, ਇੱਕ ਸਵਾਲ ਬਹੁਤ ਅਹਿਮ ਹੈ, ਜਿਹੜੇ ਲੀਡਰਸ ਦੀ ਅਸੀਂ ਗੱਲ ਕਰਦੇ ਹਾਂ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਹੋਈ, ਉਹਨਾਂ ਲੀਡਰਸ ਦੇ ਖਿਲਾਫ ਸੂਮੋਟੋ ਐਕਸ਼ਨ ਲੈਣ ਦੀ ਗੱਲ ਕਰਦੇ ਹਾਂ। ਗੁਜਰਾਤ ਦੀ ਐਗਜ਼ਾਮਪਲ ਹੈ, ਉੱਥੇ ਸੂਮੋਟੋ ਐਕਸ਼ਨ ਕੋਰਟਸ ਨੇ ਲਿਆ ਹੈ। ਇਸ ਪਰਟੀਕੂਲਰ ਕੇਸ ਦੇ ਵਿੱਚ ਕਿਉਂ ਕੋਰਟਸ ਸੂਮੋਟੋ ਐਕਸ਼ਨ ਨਹੀਂ ਲੈ ਰਹੇ? ਕਿਸੇ ਜੱਜ ਨੇ ਸਾਨੂੰ ਆ ਕੇ ਇਸ ਗੱਲ ਦਾ ਜਵਾਬ ਨਹੀਂ ਦੇਣਾ। ਤੁਸੀਂ ਕੀ ਮਹਿਸੂਸ ਕਰਦੇ ਹੋ, ਕਿਉਂ ਇਹ ਕਾਰਵਾਈ ਜਿਹੜੀ ਹੈ ਇਸ ਪਰਟੀਕੂਲਰ ਕੇਸ ਦੇ ਵਿੱਚ ਜਾਂ ਤਾਂ ਹਾਲੇ ਤੱਕ ਨਹੀਂ ਹੋਈ ਜਾਂ ਉਹਦੇ ਹੋਣ ਦੀ ਉਮੀਦ ਵੀ ਨਹੀਂ ਵੱਜ ਰਹੀ? ਸੂਮੋਟੋ ਐਕਸ਼ਨ ਲਿਆ ਜਾਵੇ, ਖਾਸ ਤੌਰ ਤੇ ਉਦੋਂ ਜਦੋਂ ਇੱਕ ਵਾਈਸ ਪ੍ਰੈਜ਼ੀਡੈਂਟ ਲੈਵਲ ਦਾ ਬੰਦਾ, ਇੱਕ ਪਾਰਟੀ ਦਾ ਸਿੱਧਾ ਸੀਨੀਅਰ ਬੰਦਾ ਆਪਣੇ ਮੂੰਹੋਂ ਕਹਿ ਜਾਂਦਾ ਤਾਂ ਉਹ ਤੋਂ ਕੋਈ ਸਵਾਲ ਨਹੀਂ ਪੁੱਛਿਆ ਜਾ ਰਿਹਾ ਕਿਸੇ ਕੋਰਟ ਵੱਲੋਂ ਵੀ? ਦੇਖੋ, ਵੈਸੇ ਤੇ ਇਹ ਜੁਡੀਸ਼ਰੀ ਦੇ ਉੱਤੇ ਬੜਾ ਵੱਡਾ ਪ੍ਰਸ਼ਨ ਚਿੰਨ੍ਹ ਹੈ। ਤੁਸੀਂ ਵੀ ਗੱਲ ਕੀਤੀ ਹੈ, ਜਨਤਾ ਵੀ ਗੱਲ ਕਰਦੀ ਹੈ, ਪੀੜਤ ਪਰਿਵਾਰ ਵੀ ਇਹ ਗੱਲ ਕਰਦੇ ਆ, ਕਿਉਂਕਿ ਇਹ ਜਿਹੜਾ ਸਾਰਾ ਇੰਟਰਵਿਊ ਗਿਆਨੀ ਜੈਲ ਸਿੰਘ ਹੋਰਾਂ ਦੀ ਵੀ ਆਈ, ਜਿਹੜੀ ਇਹ ਵੀ ਹੈ, ਬਾਕੀ ਵੀ ਜਿਹੜਾ ਘਟਨਾਕ੍ਰਮ ਹੈ, ਇਹਨੂੰ ਸਾਰੇ ਨੂੰ ਦੇਖੋ ਤੇ ਇੱਕ ਗੱਲ ਜਿਹੜੀ ਰਾਹੁਲ ਗਾਂਧੀ ਦੀ ਉਹ ਝੂਠੀ ਸਾਬਤ ਹੁੰਦੀ ਹੈ, ਜਿਹਦੇ 'ਚ ਉਹਨੇ ਟੈਕਟਫੁਲੀ ਉਸ ਵੇਲੇ ਦੀ ਕੇਂਦਰ ਦੀ ਸਰਕਾਰ ਨੂੰ ਕਲੀਨ ਚਿੱਟ ਦੇਣ ਦੀ ਕੋਸ਼ਿਸ਼ ਕੀਤੀ ਕਿ ਇਹਨਾਂ ਜਿਹੜੇ ਦੰਗਿਆਂ ਦੇ ਵਿੱਚ ਜਿਹੜੀ ਹੈ ਸਟੇਟ ਇਨਵੋਲਵ ਨਹੀਂ ਸੀ ਜੀ। ਜਦੋਂ ਕਿ ਆਪਾਂ ਦੇਖ ਲਿਆ ਕਿ ਇੱਥੋਂ ਤੱਕ ਸਟੇਟ ਇਨਵੋਲਵਡ ਸੀ ਕਿ ਰਾਸ਼ਟਰਪਤੀ ਵੀ ਸਹਿਮਿਆ ਹੋਇਆ ਸੀ। ਹੁਣ ਕੋਈ ਜਸਟੀਫਿਕੇਸ਼ਨ ਦੇਈ ਜਾਣ ਕਿ ਰਾਸ਼ਟਰਪਤੀ ਵੀ ਸਹਿਮਿਆ ਹੋਇਆ ਸੀ, ਸਾਰੀ ਬਿਊਰੋਕ੍ਰੇਸੀ ਵੀ ਸਹਿਮੀ ਹੋਈ ਸੀ, ਪੁਲਿਸ ਵੀ ਉਹਨਾਂ ਦੇ ਕੰਟਰੋਲ ਦੇ ਵਿੱਚ ਜੋ ਉਹ ਚਾਹੁੰਦੇ ਸੀ ਉਹ ਕੰਮ ਕਰ ਰਹੀ ਸੀ। ਇਸ ਸਾਰੀ ਘਟਨਾਕ੍ਰਮ 'ਚੋਂ ਇੱਕ ਗੱਲ ਜ਼ਰੂਰ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਸਟੇਟ ਪੂਰੀ ਤਰ੍ਹਾਂ ਦੇ ਨਾਲ ਇਨਵੋਲਵਡ ਸੀ ਔਰ ਸਟੇਟ ਨੇ ਪਹਿਲੇ ਦਿਨ ਤੋਂ ਲੈ ਕੇ ਜਿਹੜੀ ਯੂਨੀਅਨ ਗਵਰਨਮੈਂਟ ਹੈ ਉਹਨਾਂ ਨੇ ਹਰ ਤਰੀਕੇ ਦੇ ਨਾਲ, ਪਹਿਲਾਂ ਕਿਉਂਕਿ ਇਨੀਸ਼ੀਅਲ ਕੰਮ ਹੁੰਦਾ ਪੁਲਿਸ ਦਾ, 12 ਘੰਟੇ ਕਾਫੀ ਹੁੰਦੇ ਆ ਕਿਸੇ ਕ੍ਰਾਈਮ ਦੇ ਸਬੂਤ ਨੂੰ ਮਿਟਾਉਣ ਦੇ ਵਾਸਤੇ, ਪਰ ਇੱਥੇ 30 ਸਾਲ ਲਾਤੇ। 1996 'ਚ ਜਿਹੜੀ ਹੈ ਸਾਡੀ NDA ਦੀ ਸਰਕਾਰ ਆਈ ਸੀ, ਜਦੋਂ ਜਸਟਿਸ ਨਾਨਾਵਤੀ ਕਮਿਸ਼ਨ ਬਣਿਆ, 12 ਸਾਲ ਤੇ ਲਗਾਤਾਰ ਸਾਰੇ ਸਬੂਤ ਜਿਹੜੇ ਆ ਉਹ ਖਤਮ ਕਰਨ ਦੇ ਉੱਤੇ ਕੰਮ ਚੱਲਦਾ ਰਿਹਾ। ਉਸ ਸਬੂਤ ਨੂੰ ਖਤਮ ਕਰਾਉਣ ਵਾਸਤੇ ਵਿਰੋਧੀਆਂ ਨੂੰ ਦਬਾਇਆ ਗਿਆ, ਉਸ ਸਬੂਤ ਨੂੰ ਖਤਮ ਕਰਨ ਵਾਸਤੇ ਟਾਈਟਲਰ, ਜਗਦੀਸ਼ ਤੇ ਦੂਜੇ ਇਹਨਾਂ ਨੂੰ ਅਹੁਦੇ ਦਿੱਤੇ ਗਏ ਤਾਂ ਜੋ ਇਹ ਜਿਹੜੇ ਆ ਪੁਲਿਸ ਤੇ ਇਹਨਾਂ ਦਾ ਪ੍ਰਭਾਵ ਬਣਿਆ ਰਹੇ। ਜਦੋਂ ਇਦਾਂ ਦਾ ਸਾਰਾ ਹਾਲਾਤ ਹੁਣ ਤੱਕ ਕ੍ਰੀਏਟ ਕੀਤਾ ਗਿਆ, ਕੋਰਟ ਅਲਟੀਮੇਟਲੀ ਉਦੋਂ ਹੀ ਐਕਟ ਕਰੇਗੀ ਜਦੋਂ ਚਲਾਨ ਕੋਰਟ ਦੇ ਵਿੱਚ ਡਾਕੂਮੈਂਟ ਜਿਹੜੇ ਆ ਪੇਸ਼ ਹੁੰਦੇ, ਉਹਦੇ ਆਧਾਰ ਦੇ ਉੱਤੇ ਕੇਸ ਚੱਲਦਾ ਔਰ ਹੁਣ ਫਿਰ ਸਟੇਟ ਨੇ ਡਿਫੈਂਡ ਕਰਨਾ। ਜੋ ਹਾਲਾਤ ਹੁਣ ਤੱਕ ਦੇ ਇਹਨਾਂ ਨੇ ਪੈਦਾ ਕੀਤੇ ਯੂਨੀਅਨ ਗਵਰਨਮੈਂਟ ਨੇ, ਉਹਦੇ ਮੁਤਾਬਕ ਔਰ ਜੋ ਸਾਡੇ ਦੇਸ਼ ਦੇ ਵਿੱਚ ਜੱਜਾਂ ਦੀਆਂ ਨਿਯੁਕਤੀਆਂ ਦਾ ਸਿਸਟਮ ਵੀ ਹੈ ਉਹ ਵੀ ਹਾਲੇ ਯੂਪੀ ਜਿਹੜੀ ਹੈ ਗਵਰਨਮੈਂਟ ਆਫ ਇੰਡੀਆ ਉਹਦੇ ਕੰਟਰੋਲ ਦੇ ਵਿੱਚ ਹੀ ਹੈ।
ਇਸ ਕਰਕੇ ਇਹ ਮਾਹੌਲ ਜਿਹੜਾ ਸਾਰਾ ਸਿਸਟਮੈਟਿਕਲੀ ਪੈਦਾ ਕੀਤਾ ਗਿਆ ਮੈਂ ਬਰਾੜ ਸਾਹਿਬ ਦਾ ਉਹਦੀ comment- ਉਪਜ ਹੈ ਕਿ ਇਹਨਾਂ ਨੂੰ ਇਸ 30 ਸਾਲ ਜਿਹੜੇ ਆ ਇਹ ਬੇਇਨਸਾਫੀ ਦਾ ਦੌਰ ਜਿਹੜਾ ਹਾਲੇ ਤੱਕ ਬਰਾੜ ਸਾਹਿਬ ਦਾ ਕਮੈਂਟ ਮੈਂ ਜ਼ਰੂਰ ਚਾਹੂੰਗਾ। ਜੀ। ਇੱਕ ਬਹੁਤ ਵੱਡੀ ਰਿਸਪਾਂਸਿਬਿਲਿਟੀ ਨਿਭਾ ਸਕਦੀ ਸੀ ਸ਼ਾਇਦ ਸਾਡੀ ਜੁਡੀਸ਼ਰੀ, ਬਹੁਤ ਸਾਰੇ ਹੋਰ ਕੇਸਿਸ ਦੇ ਵਿੱਚ ਅਸੀਂ ਦੇਖਦੇ ਹਾਂ ਕੋਰਟਸ ਸੂ ਮੋਟੋ ਐਕਸ਼ਨ ਲੈਂਦੀਆਂ ਨੇ। ਐਡਾ ਵੱਡਾ ਇਨਸੀਡੈਂਟ ਜਿਹਨੂੰ ਕੋਈ ਵੀ ਹੋਵੇ, ਕਿਸੇ ਪਾਰਟੀ ਨਾਲ ਸੰਬੰਧਿਤ ਹੋਵੇ, ਚਾਹੇ ਕਾਂਗਰਸ ਪਾਰਟੀ ਨਾਲ ਸੰਬੰਧਿਤ ਸੀਨੀਅਰ ਲੀਡਰ ਹੋਣ, ਆਪਣੇ ਮੂੰਹੋਂ ਮੰਨਦੇ ਨੇ ਕਿ ਉਹ ਸਾਡੀ ਡੈਮੋਕ੍ਰੇਸੀ ਦੇ ਉੱਤੇ ਬਹੁਤ ਵੱਡਾ ਧੱਬਾ ਹੈ। ਉਹਦੇ ਵਿੱਚ ਕੋਰਟਸ ਹਾਲੇ ਤੱਕ ਕੋਈ ਐਸਾ ਐਕਸ਼ਨ ਨਾ ਲੈਣਾ ਕੀ ਸਮਝਾਉਂਦਾ ਤੁਹਾਨੂੰ? ਇਸ ਦੇ ਵਿੱਚ ਸਾਰਿਆਂ ਤੋਂ ਪਹਿਲੀ ਗੱਲ ਆਪਾਂ ਨੂੰ ਇਹ ਸਮਝਣੀ ਚਾਹੀਦੀ ਹੈ ਕਿ ਹਿੰਦੁਸਤਾਨ ਦੇ ਵਿੱਚ ਇੱਕ ਸਥਾਈ ਬਹੁ ਗਿਣਤੀ ਹੈ। ਉਸ ਬਹੁ ਗਿਣਤੀ ਦਾ ਆਧਾਰ ਸਦੀਆਂ ਤੋਂ, ਹਜ਼ਾਰਾਂ ਦਹਿ ਸਦੀਆਂ ਤੋਂ ਨਫ਼ਰਤ ਰਿਹਾ ਹੈ। ਉਹਨਾਂ ਨੇ ਆਪਣਾ ਦਬਦਬਾ ਕਾਇਮ ਕਰਨ ਵਾਸਤੇ ਹਰੀਜਨਾਂ ਨੂੰ, ਦਲਿਤਾਂ ਨੂੰ ਇਸ ਤਰ੍ਹਾਂ ਦੀ ਨਫ਼ਰਤ ਕਰਦੇ ਰਹੇ। ਬਤੌਰ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਨੇ ਜਦੋਂ ਇਹ 75 ਦੀ ਐਮਰਜੈਂਸੀ ਤੋਂ ਬਾਅਦ ਦੁਬਾਰੇ ਪਾਵਰ ਦੇ ਵਿੱਚ ਆਈ ਹੈ ਤਾਂ ਉਸਨੇ ਪਹਿਲੇ ਦਿਨ ਤੋਂ ਲੈ ਕੇ ਸਿੱਖਾਂ ਦੇ ਬਰਖਲਾਫ ਨਫ਼ਰਤ ਫੈਲਾਉਣੀ ਸ਼ੁਰੂ ਕਰ ਦਿੱਤੀ। ਪਰ ਉਹ ਪੋਲੀਟੀਕਲ ਸੈਟਅਪ ਸੀਗਾ। ਅਸੀਂ ਗੱਲ ਕੋਰਟਸ ਦੇ ਵੱਲੋਂ ਲੈ ਨਹੀਂ, ਜਾ ਮੈਂ ਉਹੀ ਸਕਣ ਦੱਸ ਵਾਲੇ ਰਿਹਾ। ਐਕਸ਼ਨ ਦੀ ਕਰਦੇ ਹਾਂ। ਔਰ ਕੋਰਟਸ ਦੀ ਜਿਹੜੀ ਉਹਨਾਂ ਦਿਨਾਂ ਦੇ ਵਿੱਚ 1983 ਦੇ ਵਿੱਚ ਜਸਟਿਸ ਚੰਦਰਾਚੂੜ ਸੀ ਚੀਫ ਜਸਟਿਸ ਹਿੰਦੁਸਤਾਨ ਦਾ, ਉਸਨੇ ਪਟਿਆਲੇ ਦੇ ਵਿੱਚ ਆ ਕੇ ਇਹ ਬਿਆਨ ਦਿੱਤਾ ਕਿ ਜੀ ਇਹ ਜਿਹੜਾ ਕੁਝ ਇੱਥੇ ਹੋ ਰਿਹਾ ਹੈ ਬਹੁਤ ਗਲਤ ਹੈ ਤੇ ਅਸੀਂ ਇਸ ਨੂੰ ਬੜੀ ਸਖਤੀ ਨਾਲ ਦਬਾਵਾਂਗੇ। ਜੇ ਕੋਰਟਸ ਦੇ ਵਿੱਚ ਜਿਹੜੇ ਕੇਸ ਗਏ ਨੇ ਉਹਨਾਂ ਦੀ ਤੁਸੀਂ ਸਟੱਡੀ ਕਰੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਕੋਰਟਸ ਦੇ ਵਿੱਚ ਵੀ ਇਹੀ ਨਫ਼ਰਤ ਜਿਹੜੀ ਸਮਾਜ ਦੇ ਵਿੱਚ ਫੈਲੀ ਹੋਈ ਸੀ ਉਹ ਉਹਨਾਂ ਤੱਕ ਪਹੁੰਚ ਚੁੱਕੀ ਸੀ, ਉਸ ਦੀ ਅੱਗ। ਔਰ ਇਸ ਦੇ ਹਜ਼ਾਰਾਂ ਸਬੂਤ ਇੱਕ ਇੱਕ ਕਰਕੇ ਜੇ ਆਪਾਂ ਲੱਭਣੇ ਸ਼ੁਰੂ ਕਰੀਏ, ਇੱਕ ਆਦਮੀ ਮਾਰਿਆ ਜਾਂਦਾ ਹੈ, ਪੁਲਿਸ ਮਾਰ ਦਿੰਦੀ ਹੈ ਉਸ ਨੂੰ ਗੁਰਦਾਸਪੁਰ ਦੇ ਵਿੱਚ, ਉਸ ਦੀ ਮੈਜਿਸਟ੍ਰੇਟ ਇਨਕੁਆਇਰੀ ਹੁੰਦੀ ਹੈ, ਇਨਕੁਆਇਰੀ ਦੇ ਵਿੱਚ ਲਿਖਤਾ ਜਾਂਦਾ ਹੈ ਕਿ ਜੀ ਇਸ ਨੂੰ ਪੁਲਿਸ ਨੇ ਮਾਰਤਾ। ਸੁਪਰੀਮ ਕੋਰਟ ਦੇ ਵਿੱਚ ਉਹ ਰਿਪੋਰਟ ਪੇਸ਼ ਹੁੰਦੀ ਹੈ ਸੀਲ ਹੋ ਕੇ, ਔਰ ਜਿਸ ਵੇਲੇ ਉਹ ਸੀਲ ਖੋਲ੍ਹਦੇ ਆ ਸੁਪਰੀਮ ਕੋਰਟ ਵਾਲੇ, ਚੀਫ ਜਸਟਿਸ ਉਸ ਦਾ ਬੈਠਾ ਹੈ ਸੁਪਰੀਮ ਕੋਰਟ ਦਾ ਔਰ ਨਾਲ 2 ਜੱਜ ਹਨ, ਔਰ ਉਹ ਕਹਿੰਦੇ ਆ ਜੀ ਇਹਦੇ ਵਿੱਚ ਕੁਝ ਨਹੀਂ ਲਿਖਿਆ ਹੋਇਆ, ਉਹਨੂੰ ਸੀਲ ਕਰ ਦਿੰਦੇ ਆ। 15 ਸਾਲ ਲੱਗ ਜਾਂਦੇ ਆ ਉਸ ਨੂੰ ਸੀਲ ਨੂੰ ਤੋੜਨ ਵਾਸਤੇ। ਜਦੋਂ ਪਿਛਲੀ ਵਾਰੀ ਸਤੰਬਰ 2012 ਦੇ ਵਿੱਚ 13 ਦੇ ਵਿੱਚ ਇਹ ਸੀਲ ਤੋੜੀ ਜਾਂਦੀ ਹੈ ਤਾਂ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਇਹਨਾਂ ਨੇ ਪੁਲਿਸ ਵਾਲਿਆਂ ਨੇ ਉਸ ਆਦਮੀ ਨੂੰ ਮਾਰਿਆ। ਸੋ ਇਸ ਹੱਦ ਤੱਕ ਇਹ ਨਫ਼ਰਤ ਫੈਲਾ ਚੁੱਕੀ ਸੀ ਸਾਡੀ ਸਥਾਈ ਬਹੁ ਗਿਣਤੀ। ਪਰ ਮੌਜੂਦਾ ਸਮੇਂ ਦੇ ਵਿੱਚ ਕੀ ਤੁਸੀਂ ਉਮੀਦ ਨਹੀਂ ਕਰਦੇ, ਖਾਸ ਤੌਰ ਤੇ ਰਾਹੁਲ ਗਾਂਧੀ ਦੇ ਬਿਆਨ ਤੋਂ ਬਾਅਦ? ਬਿਲਕੁਲ ਨਹੀਂ, ਕਿਸੇ ਸੂ ਮੋਟੋ ਬਿਲਕੁਲ ਨਹੀਂ, ਕਿਉਂਕਿ ਇਸ ਦੇ ਵਾਸਤੇ ਇੱਕ ਸਿਸਟਮ ਬਣਾਉਣਾ ਪਏਗਾ ਜੀ। ਇਸ ਦੇ ਵਾਸਤੇ ਪਹਿਲਾਂ ਮੰਨਣਾ ਪਏਗਾ। ਤੁਸੀਂ ਰਾਜੀਵ ਗਾਂਧੀ ਤੋਂ ਦੀ ਗੱਲ ਕਰਦੇ ਹੋ, ਅਸੀਂ ਆਪਣੀ ਸਰਕਾਰ ਤੋਂ ਜਿਹੜਾ ਗੁਰਦੇਵ ਸਿੰਘ ਕੌਂਕੇ ਦਾ ਅਕਾਲ ਤਖਤ ਦੇ ਜਥੇਦਾਰ ਸਨ, ਉਹਨਾਂ ਦਾ ਕਤਲ ਹੋਇਆ, ਉਸ ਦੇ ਬਾਰੇ ਅਸੀਂ ਕੱਖ ਨਹੀਂ ਕਰ ਸਕੇ। ਹਾਲਾਂਕਿ ਜੋ ਮੌਜੂਦਾ ਸਾਡੇ ਚੀਫ ਮਿਨਿਸਟਰ ਹਨ, ਇਹ ਜਾ ਕੇ ਸਾਡੇ ਨਾਲ ਧਰਨੇ ਦੇ ਉੱਤੇ ਬੈਠੇ ਜਿਸ ਵੇਲੇ ਉਹਨਾਂ ਨੂੰ ਮਾਰਿਆ ਗਿਆ, ਔਰ ਉਸ ਤੋਂ ਬਾਅਦ ਇਨਕੁਆਇਰੀ ਹੋਈ, ਜਿਸ ਇਨਕੁਆਇਰੀ ਦੇ ਵਿੱਚ ਉਸ ਨੂੰ ਕਿਹਾ ਗਿਆ ਕਿ ਇਹ ਪੁਲਿਸ ਨੇ ਮਾਰਿਆ, ਲੇਕਿਨ ਅੱਜ ਤੱਕ ਅਸੀਂ ਉਸ ਦੇ ਵਾਸਤੇ ਇਨਸਾਫ ਨਹੀਂ ਲੈ ਸਕੇ। ਤਵਾੜੀ ਦੀ ਰਿਪੋਰਟ ਹੈ। ਬਾਰ-ਬਾਰ ਬਹੁਤ ਥੋੜਾ ਵਕਤ ਸਾਡੇ ਕੋਲ ਬਾਕੀ ਹੈ। ਅਸੀਂ ਵਾਪਸ ਇਸ ਮੁੱਦੇ ਤੇ ਜ਼ਰੂਰ ਆਉਣਾ ਚਾਹਾਂਗੇ। ਮੈਂ ਕਲੋਜ਼ਿੰਗ ਆਰਗੂਮੈਂਟ ਚਾਹਾਂਗਾ ਇਸ ਵੇਲੇ। ਬ੍ਰਿਗੇਡੀ ਸਾਹਿਬ ਤੁਸੀਂ ਕੁਝ ਐਡ ਕਰਨਾ ਚਾਹੁੰਦੇ? ਨਾਲ ਹੀ ਜੀ, ਔਰ ਇਨਸਾਫ ਦਾ ਮਸਲਾ ਜਿਹੜਾ ਸਭ ਤੋਂ ਵੱਡਾ ਮਸਲਾ ਇਸ ਵੇਲੇ ਹੈਗਾ, ਉਹ ਇਹ ਹੈ ਕਿ ਆਖਰ ਇਹਨਾਂ ਪੀੜਤਾਂ ਨੂੰ ਇਨਸਾਫ ਕਦੋਂ ਮਿਲੇਗਾ। ਇਤਿਹਾਸ ਤੋਂ ਫਰੋਲਣਾ ਬਹੁਤ ਲੰਬਾ ਚੌੜਾ ਵਕਤ ਅਸੀਂ ਬਤਾ ਸਕਦੇ ਹਾਂ, ਪਰ ਤੁਹਾਨੂੰ ਹੁਣ ਉਮੀਦ ਕੀ ਲੱਗਦੀ ਹੈ ਇਹਨਾਂ ਪੂਰੇ ਹਾਲਾਤਾਂ ਦੇ ਵਿੱਚ? ਸਾਰੇ ਨਵੇਂ ਫੈਕਟਸ ਬੇਸ਼ੱਕ ਰੌਸ਼ਨੀ ਦੇ ਵਿੱਚ ਆਉਂਦੇ ਰਹਿਣ, ਪੁਰਾਣੀਆਂ ਗੱਲਾਂ ਨੂੰ ਥ੍ਰੈਸ਼ ਆਊਟ ਕਰਦੇ ਰਹੀਏ, ਪਰ ਤੁਹਾਨੂੰ ਲੱਗਦਾ ਹੈ ਕਿ ਕੋਈ ਇਨਸਾਫ ਦੀ ਉਮੀਦ ਬਾਕੀ ਬਚਦੀ ਲੋਕਾਂ ਦੇ ਵਾਸਤੇ? ਗੱਲ ਇਹ ਵੇ ਕਿ ਜੇ ਹਾਲੇ ਵੀ ਜੇ ਜੁਡੀਸ਼ਰੀ ਚਾਹੇ ਤੇ ਕਿ ਉਹ ਹਾਲੇ ਵੀ ਸੂ ਮੋਟੋ ਐਕਸ਼ਨ ਵਟ ਯੂ ਸੈਡ ਉਹ ਹੋ ਸਕਦਾ ਹਾਲੇ ਵੀ ਹੁਣ ਕਿ ਜੇ ਇੰਨੇ ਚਿਰ ਤੱਕ ਆ ਕੁਝ ਤੱਥ ਸਾਹਮਣੇ ਆ ਚੁੱਕੇ ਨੇ ਤੇ ਉੱਥੇ ਸਿਰਫ ਇੱਕੋ ਚੀਜ਼ ਹੈ ਕਿ ਇੱਛਾ ਸ਼ਕਤੀ ਦੀ ਘਾਟ ਹੈ। ਦੇ ਆਰ ਅੰਡਰ ਪ੍ਰੈਸ਼ਰ। ਹੁਣ ਤੇ ਇਹ ਵੇ ਕਿ ਇਹ ਸਿਰਫ ਮਾਫੀ ਮੰਗ ਲੈਣ ਨਾਲ ਜੁਡੀਸ਼ਰੀ को नहीं कन्विंस करना। जुडिशरी इंसाफ तो मिलना ही चाहिए। बिल्कुल इंसाफ अपनी जगह ते है, माफी अपनी जगह ते। बहुत थोड़े वक्त ਦੇ ਵਿੱਚ ਮੈਂ ਸਿੰਘ ਪੀਰ ਮੁਹੰਮਦ ਹੋਰਾਂ ਤੋਂ ਜਾਨਣਾ ਚਾਹਣਾ, ਮਾਫੀ ਨੂੰ ਉਹਦੇ ਨਾਲ ਰਿਲੇਟ ਨਹੀਂ ਕਰਨਾ ਚਾਹੀਦਾ। ਬਿਲਕੁਲ ਦੋਨੋਂ ਸੈਪਰੇਟ ਚੀਜ਼ਾਂ ਨੇ। ਸਰਦਾਰ ਦਵਿੰਦਰ ਸਿੰਘ ਦੀ ਇਨਸਾਫ ਦਾ ਇੱਕੋ ਹੀ ਤਰਾਜੂ ਹੈ। ਜਿਵੇਂ ਸਰਦਾਰ ਗੁਰਤੇਜ ਸਿੰਘ ਨੇ ਅਸਤੀਫਾ ਦਿੱਤਾ ਸੀ ਨਾ ਜਦੋਂ 84 ਦਾ ਕਾਂਡ ਹੋਇਆ, ਇਸ ਤਰ੍ਹਾਂ ਜਿਹੜੇ ਜ਼ਮੀਰ ਜਾਗਦੀ ਵਾਲੇ ਲੋਕ ਕਿਤੇ ਬੈਠੇ ਨੇ ਕਾਂਗਰਸ ਦੇ ਵਿੱਚ, ਚਾਹੇ ਉਹ ਡਾਕਟਰ ਮਨਮੋਹਨ ਸਿੰਘ ਹੈ,
ਚਾਹੇ ਪੰਜਾਬ ਦੀ ਆਪਾਂ ਫਿਰ ਇੱਕ ਆਈਡੀਅਲ ਥਾਟ ਇਹਨਾਂ ਲੋਕਾਂ ਨੂੰ ਸਾਰਿਆਂ ਨੂੰ ਇਹਨਾਂ ਲੋਕ ਐਕਸ਼ਨ ਕੀ ਹੋ ਸਕਦਾ ਹੈ? ਐਕਸ਼ਨ ਮੈਂ ਉਹੀ ਗੱਲ ਕਹਿਣਾ ਕਿ ਕੀ ਹੈ? ਇੱਕ ਇਹ ਪੋਲੀਟੀਕਲ ਸਾਰਾ ਬਣਾ ਦਿੱਤਾ ਗਿਆ, ਰਾਜਸੀ ਮਸਲਾ ਬਣਾ ਦਿੱਤਾ ਗਿਆ ਔਰ ਇਹਦੇ ਵਿੱਚੋਂ ਇਨਸਾਫ ਤਾਂ ਮਿਲੇਗਾ। ਅੱਜ ਕੀ ਕੀਤਾ ਜਾਂਦਾ, ਜਦੋਂ ਗੱਲ ਕਾਂਗਰਸ ਦੀ ਹੁੰਦੀ ਹੈ ਤੇ ਬੀਜੇਪੀ ਦਾ ਉੱਥੇ ਚੱਕਰ ਚੱਲ ਜਾਂਦਾ ਕਿ ਗੁਜਰਾਤ ਦੀ ਗੱਲ ਆ ਜਾਂਦੀ, ਗੁਜਰਾਤ ਦੀ ਗੱਲ ਚੱਲਦੀ ਤੇ 84 ਦੀ ਗੱਲ ਹੋ ਜਾਂਦੀ। ਇਹਦੇ ਚੋਂ ਨਿਕਲਣ ਵਾਸਤੇ ਕੇਵਲ ਤੇ ਕੇਵਲ ਇਨਸਾਫ ਤਾਂ ਮਿਲੇਗਾ ਜਿਹੜੇ ਰਾਜਸੀ ਇੱਛਾ ਸ਼ਕਤੀ ਵਾਲੇ ਲੋਕ ਨੇ ਉਹਨਾਂ ਨੂੰ ਦਿਆਨਤਦਾਰੀ ਦੇ ਨਾਲ ਇੱਕ ਫੈਸਲਾ ਕਰਨਾ ਪਵੇਗਾ। ਨਹੀਂ ਤਾਂ 30 ਸਾਲ ਬੀਤ ਗਏ, ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀਆਂ ਸਾਡੀਆਂ ਪੀੜ੍ਹੀਆਂ ਨੇ ਹੋਰ ਬੀਤ ਜਾਣ। ਹਾਂ, ਤੇ ਇਹ ਉਹਨਾਂ ਚਿਰ ਜਾਨ ਨਹੀਂ ਛੁੱਟਣੀ, ਉਨੀ ਦੇਰ ਤੱਕ ਜਾਨ ਨਹੀਂ ਛੁੱਟਣੀ ਜਿੰਨੀ ਦੇਰ ਤੱਕ ਇਨਸਾਫ ਨਹੀਂ ਮਿਲਦਾ। ਮੈਂ ਸਿਰਫ ਇੱਕ ਗੱਲ ਤੁਹਾਡੇ ਧਿਆਨ ਦੇ ਵਿੱਚ ਲਿਆਉਣੀ ਹੈ ਕਿ ਅਣਪਛਾਤੀਆਂ ਲਾਸ਼ਾਂ ਕਹਿ ਕੇ ਹਜ਼ਾਰਾਂ ਨੌਜਵਾਨਾਂ ਨੂੰ ਫੜ ਕੇ ਜੋ ਬੇਕਸੂਰ ਸਨ ਉਹਨੂੰ ਮਾਰ ਦਿੱਤਾ ਗਿਆ। ਉਹਨਾਂ ਦਾ ਇਨਵੈਸਟੀਗੇਸ਼ਨ ਹੋਇਆ, ਅਸੀਂ ਲੋਕਾਂ ਨੇ ਆਪ ਕੀਤਾ ਬਣਾ ਕੇ ਜਥੇਬੰਦੀ, ਔਰ ਉਸ ਨੇ ਕੋਈ 900 ਦੇ ਕਰੀਬ ਉਹ ਬੰਦੇ ਲੱਭੇ ਜਿਹੜੇ ਬਿਲਕੁਲ ਬੇਕਸੂਰ ਸਨ। ਅੱਜ ਹਿੰਦੁਸਤਾਨ ਦੀ ਸਰਕਾਰ ਉਹਨਾਂ ਨੂੰ ਕੰਪਨਸੇਸ਼ਨ ਦੇ ਰਹੀ ਹੈ, ਲੇਕਿਨ ਉਹਨਾਂ ਵਾਸਤੇ ਕਿਉਂ ਮਾਰੇ ਗਏ ਔਰ ਕਿ ਇਹਨਾਂ ਦਾ ਕੀ ਸਮਾਧਾਨ ਹੋਣਾ ਚਾਹੀਦਾ ਹੈ, ਇਹ ਨਹੀਂ ਕਰ ਰਹੀ। ਕਿਵੇਂ ਹੋ ਸਕਦਾ ਹੈ? ਬਹੁਤ ਥੋੜਾ ਵਕਤ ਜਾਨਣਾ ਚਾਹੁੰਦਾ। ਦੇਖੋ, ਸਿਰਫ ਜੁਡੀਸ਼ਰੀ ਕਰ ਸਕਦੀ ਹੈ। ਟਰੁਥ ਕਮਿਸ਼ਨ ਬਣੇ ਨਹੀਂ, ਇਹ ਕਮਿਸ਼ਨ ਤਾਂ ਬਹੁਤ ਹੋ ਗਏ। ਮੈਂ ਗੱਲ ਜਸਪਾਲ ਕਰਨਾ ਸਿੰਘ ਮਾਰਿਆ ਗਿਆ ਜੀ। ਪਿੱਛੇ 2 ਸਾਲ ਪਹਿਲਾਂ ਜਸਪਾਲ ਸਿੰਘ ਮਾਰਿਆ ਗਿਆ ਸਾਡੇ ਪੰਜਾਬ ਦੇ ਵਿੱਚ। ਸਾਡੇ ਪੰਜਾਬ ਦੇ ਲੋਕਾਂ ਨੇ ਉਸ ਨੂੰ ਨਿਆਂ ਨਹੀਂ ਦਿੱਤਾ ਅੱਜ ਤੱਕ। 2 ਮਿੰਟ ਆਖਰੀ 2 ਮਿੰਟਾਂ ਦੇ ਵਿੱਚ ਆਪ ਸੈਸ਼ਨ ਚੱਲ ਰਿਹਾ ਪਾਰਲੀਮੈਂਟ ਦਾ, ਸਾਰੀਆਂ ਸਿਆਸੀ ਪਾਰਟੀਆਂ ਇਕੱਠੀਆਂ ਹੋ ਕੇ ਇੱਕ ਇਸ ਮੁੱਦੇ ਉੱਤੇ ਆਵਾਜ਼ ਬੁਲੰਦ ਕਰਨ, ਨਹੀਂ ਤਾਂ ਸਾਡੀ ਹਾਲਤ ਗੁਜਰਾਤ 'ਚ ਜਿਹੜੇ ਸਾਡੇ ਸਿੱਖ ਕਿਸਾਨ ਨੇ ਉਹਨਾਂ ਨਾਲ ਵੀ ਇਹੋ ਗੱਲ ਹੋਏਗੀ ਜੇ ਅਸੀਂ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਲਿਆ ਕੇ ਆਵਾਜ਼ ਬੁਲੰਦ ਕੀਤੀ। ਆਈਡੀਅਲ ਸੋਚ ਵਿਖਾਉਣ ਦੀ ਉਮੀਦ ਅਸੀਂ ਜ਼ਰੂਰ ਸਾਰੀਆਂ ਪਾਰਟੀਆਂ ਤੋਂ ਕਰ ਰਹੇ ਹਾਂ। ਆਖਰੀ 2 ਮਿੰਟ ਡਾਕਟਰ ਚੀਮਾ, ਤੁਹਾਨੂੰ ਕੀ ਲੱਗਦਾ ਹੈ, ਕਿੱਦਾਂ ਉਮੀਦ ਹੈ ਕੋਈ ਇਨਸਾਫ ਦੀ? ਦੇਖੋ, ਇਸ ਵੇਲੇ ਜੋ ਪੋਲੀਟੀਕਲ ਐਸਟੈਬਲਿਸ਼ਮੈਂਟ ਦਿੱਲੀ ਦੇ ਵਿੱਚ ਬੈਠੀ ਹੈ, ਜਿੰਨੀ ਦੇਰ ਤੱਕ ਕਾਂਗਰਸ ਉੱਥੇ ਦਿੱਲੀ ਦੇ ਵਿੱਚ ਸਥਾਪਿਤ ਹੈ, ਮੈਨੂੰ ਕਿਸੇ ਤਰ੍ਹਾਂ ਦੀ ਆਸ ਨਹੀਂ ਲੱਗਦੀ, ਕਿਉਂਕਿ ਜਿਹੜਾ ਉਹਨਾਂ ਦਾ ਫਿਊਚਰ ਪ੍ਰਾਈਮ ਮਿਨਿਸਟਰ ਦਾ ਕੈਂਡੀਡੇਟ ਹੈ ਉੱਥੇ ਬੀਜੇਪੀ ਉਹਨੇ ਤਾਂ ਪਹਿਲਾਂ ਹੀ ਕਲੀਨ ਚਿੱਟ ਫੇਰ ਦੇ ਦਿੱਤੀ। ਕਿਸੇ ਪ੍ਰੋਐਕਟਿਵ ਜੁਡੀਸ਼ਰੀ ਦੀ ਕੋਈ ਉਮੀਦ ਹੈ ਤੁਹਾਨੂੰ? ਪੋਲੀਟੀਕਲੀ ਤਾਂ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਵੀ ਕਿਸੇ ਤਰ੍ਹਾਂ ਮੈਰੈਕਲਸ ਹੁੰਦੇ ਨੇ, ਸ਼ਾਇਦ ਇਸ ਕੇਸ ਦੇ ਵਿੱਚ ਵੀ ਕਿਤੇ ਮੈਰੈਕਲ ਹੋ ਜਾਵੇ, ਲੇਕਿਨ ਆਉਣੀ ਜ਼ਰੂਰ ਚਾਹੀਦੀ ਹੈ। ਅੱਜ ਜਿਸ ਤਰੀਕੇ ਮੀਡੀਆ ਦੇ ਵਿੱਚ ਆਵਾਜ਼ ਬੁਲੰਦ ਹੋ ਰਹੀ ਹੈ, ਜਿਸ ਤਰੀਕੇ ਸਾਰੇ ਕੁਆਰਟਰਸ ਦੇ ਵਿੱਚੋਂ ਜਿਹੜੀ ਹੈ ਆਵਾਜ਼ ਬੁਲੰਦ ਹੋ ਰਹੀ ਹੈ, ਔਰ ਸੱਚਾਈ ਹੌਲੀ ਹੌਲੀ ਜਿਸ ਤਰੀਕੇ 1 ਬਾਈ 1 ਜਿਹੜੀ ਹੈ ਸਾਹਮਣੇ ਪੇਸ਼ ਹੋ ਰਹੀ ਹੈ, ਆਸ ਜ਼ਰੂਰ ਕੀਤੀ ਜਾ ਸਕਦੀ ਹੈ ਕਿ ਕੋਈ ਜਿਸ ਤਰ੍ਹਾਂ ਪਿੱਛੇ ਲੈਂਡਮਾਰਕ ਜੱਜਮੈਂਟ ਇੱਕ ਸੁਪਰੀਮ ਕੋਰਟ ਦੀ ਥੋੜੇ ਦਿਨ ਪਹਿਲਾਂ ਫਾਂਸੀ ਵਾਲੇ ਕੇਸਾਂ ਦੇ ਵਿੱਚ ਆਈ ਹੈ, ਇਸ ਕੇਸ ਦੇ ਵਿੱਚ ਵੀ ਕੋਈ ਚੰਗੇ ਜੱਜ ਜਿਹੜੇ ਦੇਸ਼ ਦੇ ਆ ਉਹ ਕੋਈ ਅੱਛਾ ਫੈਸਲਾ ਸੁਣਾ ਦੇਣ। ਮੈਂ ਸਮਝਦਾ ਬਹੁਤ ਵੱਡੀ ਰਾਹਤ ਦੇਸ਼ ਦੇ ਲੋਕਾਂ ਨੂੰ ਮਿਲੀ। ਲਗਾਤਾਰ ਇਸ ਮੁੱਦੇ ਨੂੰ ਅਸੀਂ ਚਰਚਾ ਦਾ ਹਿੱਸਾ ਬਣਾਉਂਦੇ ਰਹੇ ਹਾਂ, ਵਿਚਾਰਦੇ ਰਹੇ ਹਾਂ, ਇਨਸਾਫ ਕਿੱਦਾਂ ਮਿਲੇਗਾ 84 ਕਤਲੇਆਮ ਦੇ ਪੀੜਤਾਂ ਨੂੰ। ਇਹ ਸਵਾਲ ਲਗਾਤਾਰ ਉੱਠਦਾ ਰਿਹਾ ਔਰ ਅੱਗੇ ਵੀ ਉੱਠਦਾ ਰਹੇਗਾ। ਇਹ ਚਰਚਾ ਇੱਕ ਵਾਰ ਦੇ ਵਿੱਚ ਮੁੱਕਣ ਵਾਲੀ ਨਹੀਂ ਹੈ, ਇਹ ਮੁੱਦਾ ਇੱਕ ਵਾਰ 'ਚ ਮੁੱਕਣ ਵਾਲਾ ਨਹੀਂ ਹੈ, ਖਾਸ ਤੌਰ ਤੇ ਉਦੋਂ ਤੱਕ ਮੁੱਕਣ ਵਾਲਾ ਨਹੀਂ ਹੈ ਜਦੋਂ ਤੱਕ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ। ਸਵਾਲਾਂ ਦੇ ਜਵਾਬ ਖਾਸ ਤੌਰ ਤੇ ਉਦੋਂ ਹੋਰ ਉਲਝਦੇ ਨੇ ਜਦੋਂ ਸਿਆਸਤ ਇਨਵੋਲਵਡ ਹੁੰਦੀ ਹੈ ਜਾਂ ਸਿਆਸਤਦਾਨਾਂ ਤੋਂ ਅਸੀਂ ਆਈਡੀਅਲ ਬਿਹੇਵੀਅਰ ਦੀ ਉਮੀਦ ਕਰਨ ਲੱਗ ਜਾਂਦੇ ਹਾਂ, ਤੇ ਉਦੋਂ ਜਾ ਕੇ ਪ੍ਰੈਕਟੀਕਲਿਟੀ ਸ਼ਾਇਦ ਉਸ ਪੂਰੇ ਹਾਲਾਤ ਦੀ ਖਤਮ ਹੋ ਜਾਂਦੀ ਹੈ। ਬਾਰ-ਬਾਰ ਜਿੱਦਾਂ ਖੁਦ ਕਰਨੈਲ ਸਿੰਘ ਪੀਰ ਮੁਹੰਮਦ ਕਹਿ ਹਟੇ ਨੇ ਕਿ ਪਾਰਟੀਆਂ ਦੇ ਵਿੱਚ ਇੱਕ ਗੇਂਦ ਬਣ ਕੇ ਉਛਲਦਾ ਰਹੇ ਜਾਂਦਾ ਮੁੱਦਾ। ਸੋ ਡਾਕਟਰ ਚੀਮਾ, ਚਾਹੇ ਡਾਕਟਰ ਚੀਮਾ ਹੋਣ, ਚਾਹੇ ਬ੍ਰਿਗੇਡੀਅਰ ਸਾਹਿਬ ਹੋਣ, ਚਾਹੇ ਸਾਨੂੰ ਗੁਰਤੇਜ ਸਿੰਘ IAS ਕਹਿ ਚੁੱਕੇ ਨੇ ਕਿ ਪ੍ਰੋਐਕਟਿਵ ਜੁਡੀਸ਼ਰੀ ਸ਼ਾਇਦ ਇਸ ਪੂਰੇ ਹਾਲਾਤ ਦੇ ਵਿੱਚ ਇੱਕ ਉਮੀਦ ਦੀ ਕਿਰਨ ਬਣ ਕੇ ਆ ਰਹੀ ਹੈ। ਪਰ ਪੂਰੇ ਹਾਲਾਤ ਦੇ ਵਿੱਚ ਜਿਹੜੇ ਲੋਕ ਜ਼ਿੰਮੇਦਾਰ ਰਹੇ ਨੇ, ਚਾਹੇ ਉਹ ਸਾਬਕਾ ਰਾਸ਼ਟਰਪਤੀ ਰਹੇ ਹੋਣ, ਚਾਹੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਰਹੇ ਹੋਣ, ਚਾਹੇ ਉਸ ਵੇਲੇ ਤੱਕ ਦੇ ਬਣੇ ਹੋਏ ਉਸ ਤੋਂ ਬਾਅਦ ਦੀਆਂ ਸਰਕਾਰਾਂ ਕਿਸੇ ਵੀ ਪਾਰਟੀ ਦੀਆਂ ਰਹੀਆਂ ਹੋਣ, ਕਿਸੇ ਨੇ ਨਾ ਤਾਂ ਹਾਲ ਤੱਕ ਇਨਸਾਫ ਦਿਵਾਉਣ ਦੇ ਵਿੱਚ ਬਹੁਤ ਹੀ ਜ਼ਿਆਦਾ ਰੁਚੀ ਵਿਖਾਈ ਹੈ, ਨਾ ਬਹੁਤ ਹੀ ਜ਼ਿਆਦਾ ਗਤੀਵਿਧੀ ਦਿਖਾਈ ਹੈ। ਸੋ ਪੂਰੇ ਹਾਲਾਤ ਦੇ ਵਿੱਚ ਆਖਰ ਇਨਸਾਨ ਜਾਵੇ ਕਿੱਥੇ ਟੇਕ ਰੱਖੇ ਇਨਸਾਨ, ਖਾਸ ਤੌਰ ਤੇ ਉਦੋਂ ਜਦੋਂ ਇਨਸਾਨ ਘੱਟ ਗਿਣਤੀ ਨਾਲ ਸੰਬੰਧਿਤ ਹੋਵੇ ਔਰ ਉਹ ਆਲਰੇਡੀ ਇੰਨਾ ਬੁਰੀ ਤਰ੍ਹਾਂ ਸ਼ਾਇਦ ਦਬਿਆ ਹੋਇਆ ਔਰ ਪਰੇਸ਼ਾਨ ਮਹਿਸੂਸ ਕਰ ਰਿਹਾ ਹੋਵੇ ਕਿ ਬਾਹਰਲੇ ਲੋਕ, ਵਿਦੇਸ਼ੀ ਲੋਕ ਆ ਕੇ ਅੱਜ ਸਾਡੇ ਪੰਜਾਬ ਦੇ ਵਿੱਚ ਸਾਨੂੰ ਦੱਸ ਰਹੇ ਹੋਣ ਕਿ ਤੁਹਾਡੀ ਕੌਮ ਜਾਂ ਤੁਹਾਡੇ ਨਾਲ ਸੰਬੰਧਿਤ ਲੋਕ ਖੁਦ ਨੂੰ ਘਟਿਆ ਹੋਇਆ ਮਹਿਸੂਸ ਹੋਣਾ ਸ਼ੁਰੂ ਹੋ ਗਏ ਨੇ। ਸੋ ਉਸ ਪੂਰੀ ਕੌਮ ਨੂੰ ਉਸ ਮੁਲਕ ਦੇ ਢਾਂਚੇ ਦੇ ਵਿੱਚ ਅਸਿਮੀਲੇਟ ਕਰਾਉਣਾ ਵੀ ਇੱਕ ਪੂਰੀ ਰਿਸਪੌਂਸਿਬਿਲਟੀ ਹੈ, ਇੱਕ ਜ਼ਿੰਮੇਵਾਰੀ ਹੈ ਉਸੇ ਪੋਲੀਟੀਕਲ ਸਿਸਟਮ ਦੀ ਵੀ। ਇਹ ਦੋ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਨੇ, ਇਨਸਾਫ ਦਿਵਾਉਣਾ, ਇਨਸਾਫ ਹੋਏ ਦਾ ਅਹਿਸਾਸ ਦਿਵਾਉਣਾ ਉਹਨਾਂ ਪੀੜਤਾਂ ਨੂੰ, ਔਰ ਨਾਲ ਉਸ ਪੂਰੇ ਤਬਕੇ ਦੇ ਨਾਲ, ਉਸ ਭਾਈਚਾਰੇ ਨਾਲ ਸੰਬੰਧਿਤ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਦਿਵਾਉਣਾ ਕਿ ਤੁਸੀਂ ਇਸ ਮੁਲਕ ਤੋਂ ਵੱਖਰੇ ਨਹੀਂ ਹੋ। ਇਸ ਜ਼ਿੰਮੇਵਾਰੀ ਦੇ ਵਿੱਚ ਹੁਣ ਤੱਕ ਸਾਡੀਆਂ ਮੇਨ ਸਟ੍ਰੀਮ ਪਾਰਟੀਆਂ ਸ਼ਾਇਦ ਫੇਲ ਹੁੰਦੀਆਂ ਨਜ਼ਰ ਆਈਆਂ ਨੇ, ਔਰ ਜਦੋਂ ਤੱਕ ਉਸ ਜ਼ਿੰਮੇਵਾਰੀ ਦਾ ਅਹਿਸਾਸ ਉਹਨਾਂ ਪਾਰਟੀਆਂ ਨਹੀਂ ਹੁੰਦਾ ਤਦ ਤੱਕ ਲੋਕ ਇਸੇ ਤਰ੍ਹਾਂ ਸ਼ਾਇਦ ਪਰੇਸ਼ਾਨ ਔਰ ਤਸੱਲੀ ਤੋਂ ਬਗੈਰ ਮਹਿਸੂਸ ਕਰਨਗੇ ਔਰ ਇਸੇ ਤਰ੍ਹਾਂ ਗਰਮਾ-ਗਰਮ ਸਵਾਲ ਉੱਠਦੇ ਵੀ ਰਹਿਣਗੇ। ਇਹਨਾਂ ਸਵਾਲਾਂ ਦੇ ਜਵਾਬ ਲੈਣ ਖਾਤਰ ਚਰਚਾ ਜ਼ਰੂਰ ਜਾਰੀ ਰਹੇਗੀ। ਫਿਲਹਾਲ ਖਬਰਾਂ ਦਾ ਸਿਲਸਿਲਾ PTC ਨਿਊਜ਼ ਤੇ ਜਾਰੀ ਹੈ। ਚਰਚਾ ਦੇ ਵਿੱਚ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।